ਕਿ ਜਦੋਂ ਕੀਮਤਾਂ ਵੱਧ ਜਾਂਦੀਆਂ ਨੇ ਤਾਂ ਕੀਮਤਾਂ ਥੱਲੇ ਨਹੀਂ ਜਾਂਦੀਆਂ। ਇਹਨੂੰ ਐਲਬੋ ਇਫੈਕਟ ਕਹਿੰਦੇ ਨੇ। ਜਿਵੇਂ ਏਰੋਪਲੇਨ ਦਾ ਬੈਕ ਗੇਅਰ ਨਹੀਂ ਨਾ ਹੁੰਦਾ, ਇਹਨਾਂ ਨੇ ਕੀ ਕੀਤਾ ਕਿ ਸਿਰਫ ਇੰਟਰਸਟ ਰੇਟ ਵਧਾਏ ਨੇ, ਨਾ ਲੋਕਾਂ ਦੀਆਂ ਤਨਖਾਹਾਂ ਵਧਾਈਆਂ ਤੇ ਨਾ ਟਾਰਗੇਟ ਕਰਕੇ ਕੰਮ ਕੀਤਾ। ਇਸ ਕਰਕੇ ਆਮ ਲੋਕਾਂ ਨੂੰ ਰਗੜਾ ਬਹੁਤ ਇਹਦੇ ਨਾਲ ਲੱਗਿਆ। ਜਿਹੜਾ ਹਾਊਸਿੰਗ ਮਾਰਕੀਟ ਹੈ ਓਵਰਹੀਟ ਹੋ ਗਈ ਸੀ ਤੇ ਜੇ ਉਹਨੂੰ ਨਾ ਕੰਟਰੋਲ ਕੀਤਾ ਜਾਂਦਾ ਤੇ ਕੋਲੈਪਸ ਕਰ ਦੇਣਾ ਸੀ ਮਾਰਕੀਟ ਨੂੰ, ਤੇ ਉਹਦੇ ਕਰਕੇ ਇਹ ਰੇਟ ਵਧਾਉਣੇ ਸ਼ੁਰੂ ਕੀਤੇ ਗਏ। ਇਹ ਆਰਗੂਮੈਂਟ ਜਿਹੜੀ ਹੈ ਨਾ ਇਹ ਠੀਕ ਨਹੀਂ ਹੈ। ਮੇਰਾ ਖਿਆਲ ਹੈ ਇਹਨਾਂ ਨੇ ਨਕਲ ਮਾਰੀ ਅਮਰੀਕਾ ਦੀ, ਕਿਉਂਕਿ ਅਮਰੀਕਾ ਦੇ ਫੈਡਰਲ ਬੈਂਕ ਨੇ ਇੰਟਰਸਟ ਰੇਟ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਅਮਰੀਕਾ ਦਾ ਤਾਂ ਕਾਰਨ ਹੋਰ ਹੈ। ਅਮਰੀਕਾ ਦਾ ਫੈਡਰਲ ਬੈਂਕ ਜਦੋਂ ਇੰਟਰਸਟ ਰੇਟ ਵਧਾਉਂਦਾ ਹੈ ਤੇ ਸਾਰੀ ਦੁਨੀਆ ਤੋਂ ਕੈਪੀਟਲ ਜਿਹੜਾ ਹੈ ਉਹ ਅਮਰੀਕਾ 'ਚ ਆ ਜਾਂਦਾ ਤੇ ਅਮਰੀਕਾ 'ਚ ਇਨਵੈਸਟਮੈਂਟ ਵੱਧਦੀ ਹੈ। ਤੇ ਉਹ ਮੇਜਰ ਕੈਨੇਡਾ ਵਿੱਚ ਨਹੀਂ ਕਾਮਯਾਬ ਹੁੰਦਾ, ਕਿਉਂਕਿ ਕੈਨੇਡੀਅਨ ਕਰੰਸੀ ਦਾ ਸਟੇਟਸ ਉਹ ਨਹੀਂ ਹੈ ਜੋ ਅਮਰੀਕਨ ਡਾਲਰ ਦਾ ਹੈਗਾ। ਇਮੀਗ੍ਰੇਸ਼ਨ ਨੂੰ ਥੋੜ੍ਹਾ ਕੰਟਰੋਲ ਕਰਨ ਦੀ ਲੋੜ ਹੈ, ਉਹ ਵੀ ਬਹੁਤ ਵੱਡਾ ਕਾਰਨ ਹੈ। ਪਰ ਸਾਡੀਆਂ ਜਿਹੜੀਆਂ ਸਰਕਾਰਾਂ ਇਹ ਸਮਝੀਆਂ ਨੇ ਕਿ ਇਕੋਨਮੀ ਨੂੰ ਚੱਲਦਾ ਰੱਖਣ ਲਈ ਇਮੀਗ੍ਰੇਸ਼ਨ ਦੀ ਲੋੜ ਹੈ, ਪਰ ਇੱਕ ਜਨਰਲ ਪਰਸੈਪਸ਼ਨ ਇਹ ਹੈ ਕਿ ਜਿੰਨੇ ਬੰਦੇ ਆ ਰਹੇ ਨੇ ਉਹਨੇ ਬੰਦਿਆਂ ਲਈ ਨਾ ਘਰ ਹੋ ਸਕਦਾ, ਨਾ ਉਹਨਾਂ ਲਈ ਹੋਰ ਸਹੂਲਤਾਂ ਹੋ ਸਕਦੀਆਂ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ 'ਚ ਜੋ ਇਨਫਲੇਸ਼ਨ ਦੀ ਗੱਲ ਹੈ, ਮਾਰਕੀਟ ਹਾਊਸਿੰਗ ਮਾਰਕੀਟ ਓਵਰਹੀਟ ਹੋਈ ਹੈ, ਉੱਥੋਂ ਗੱਲ ਸ਼ੁਰੂ ਹੋਈ ਸੀ। ਗੱਲਾਂ ਅਸਲ ਦੇ ਵਿੱਚ ਕੋਵਿਡ ਤੋਂ ਬਾਅਦ ਸ਼ੁਰੂ ਹੋ ਗਈਆਂ, ਇਕੋਨਮੀ ਦੇ ਇਸ ਕ੍ਰਾਈਸਿਸ ਦੀ, ਮਹਿੰਗਾਈ ਦੀ ਗੱਲ, ਅਤੇ ਉਸ ਤੋਂ ਬਾਅਦ ਜਿਹੜਾ ਇਹ ਘਰਾਂ ਦੀ ਮਾਰਕੀਟ 'ਚ ਜੋ ਅੱਗ ਲੱਗੀ, ਅਤੇ ਉਸ ਨਾਲ ਡੀਲ ਕਰਨ ਲਈ ਬੈਂਕ ਆਫ ਕੈਨੇਡਾ ਵੱਲੋਂ ਇਹ ਸਟ੍ਰੈਟਜੀ ਅਪਣਾਈ ਗਈ ਕਿ ਉਹਨਾਂ ਨੇ ਆਪਣਾ ਇੰਟਰਸਟ ਰੇਟ ਜਿਹੜਾ ਕਿ ਲਗਭਗ 0 ਦੇ ਨੇੜੇ ਕਰ ਦਿੱਤਾ ਗਿਆ ਸੀ ਕੋਵਿਡ ਦੌਰਾਨ, ਉਸ ਨੂੰ ਥੋੜ੍ਹਾ ਥੋੜ੍ਹਾ ਕਰਕੇ ਵਧਾਉਣਾ ਸ਼ੁਰੂ ਕਰ ਦਿੱਤਾ। ਅਤੇ ਔਰ ਇਹਦੇ ਨਾਲ ਫਿਰ ਹੋਰ ਬੜੇ ਅਸਰ ਪਏ, ਮਹਿੰਗਾਈ 'ਤੇ ਥੋੜ੍ਹਾ ਬਹੁਤ ਕੰਟਰੋਲ 'ਚ ਆਈ, ਪਰ ਇਹਦੇ ਨਾਲ ਜਿਹੜਾ ਹਾਊਸਿੰਗ ਸੈਕਟਰ 'ਚ ਖਾਸ ਕਰਕੇ ਜਿਹਨਾਂ ਲੋਕਾਂ ਦੀਆਂ ਮੌਰਗੇਜਿਸ ਨੇ ਉਸ ਪਾਸੇ ਬੜਾ ਵੱਡਾ ਕ੍ਰਾਈਸਿਸ ਖੜ੍ਹਾ ਹੋ ਗਿਆ। ਸੋ ਹੁਣ ਸਵਾਲ ਇਹ ਵੀ ਉੱਠਣਾ ਸ਼ੁਰੂ ਹੋ ਗਿਆ ਕਿ ਕੀ ਮਹਿੰਗਾਈ ਨਾਲ ਡੀਲ ਕਰਨ ਲਈ ਜਾਂ ਸਾਰੇ ਕ੍ਰਾਈਸਿਸ ਨਾਲ ਡੀਲ ਕਰਨ ਲਈ ਸਿਰਫ ਰੇਟ ਆਫ ਇੰਟਰਸਟ ਨੂੰ ਵਧਾਉਣਾ ਹੀ ਇੱਕੋ ਇੱਕ ਤਰੀਕਾ ਸੀ, ਜਾਂ ਹੋਰ ਵੀ ਬਿਹਤਰ ਸਟ੍ਰੈਟਜੀਜ਼ ਹੋ ਸਕਦੀਆਂ। ਇਹਦੇ ਬਾਰੇ ਜਿਹੜੇ ਇਕੋਨਮਿਸਟ ਨੇ ਉਹ ਕੀ ਕਹਿੰਦੇ ਨੇ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਸੁੱਚਾ ਸਿੰਘ ਗਿੱਲ ਨੇ, ਜਾਣੇ ਪਛਾਣੇ ਇਕੋਨਮਿਸਟ ਨੇ ਪੰਜਾਬ 'ਚ ਇਹ, ਅਤੇ ਇਹਨਾਂ ਨੇ ਪੰਜਾਬ 'ਚ ਜਾਂ ਇੰਡੀਆ ਦੀ ਇਕੋਨਮੀ 'ਤੇ ਕਾਫੀ ਕੰਮ ਕੀਤਾ ਹੋਇਆ, ਅਤੇ ਜਿਹੜੀ ਗਲੋਬਲ ਜਿਹੜਾ ਇਕੋਨਮਿਸਟ ਦਾ ਵਰਲਡ ਹੈ ਉਹਦੇ 'ਚ ਇਨਫਲੇਸ਼ਨ ਕੰਟਰੋਲ ਕਰਨ ਦੀਆਂ ਸਟ੍ਰੈਟਜੀਜ਼ ਨੂੰ, ਜਾਂ ਇਹ ਜਿਹੜਾ ਰੇਟ ਆਫ ਇੰਟਰਸਟ ਹੈ ਇਹ ਕਿਵੇਂ ਇੰਪੈਕਟ ਕਰਦਾ, ਇਸ ਪੱਖ ਤੋਂ ਵੀ ਇਹਨਾਂ ਨੇ ਕਾਫੀ ਸਟੱਡੀ ਕੀਤੀ ਅਤੇ ਸਾਡੇ ਨਾਲ ਗੱਲ ਕਰਨਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਜਿਹੜਾ ਨੇੜੇ ਹੋ ਜਾਓ ਮਾਈਕ ਦੇ। ਥੈਂਕ ਯੂ ਮੈਨੂੰ ਆਪਣੇ ਪ੍ਰੋਗਰਾਮ ਸ਼ਾਮਲ ਕਰਨ ਲਈ। ਅਤੇ ਪਹਿਲਾਂ ਤਾਂ ਕਿਉਂਕਿ ਆਮ ਕਰਕੇ ਜਿਹੜੀ ਸਮਝਿਆ ਜਾਂਦਾ ਵੀ ਦੁਨੀਆ ਦੇ 'ਚ ਹਰ ਜਗ੍ਹਾ ਜਿਹੜੇ ਬੈਂਕ ਨੇ, ਸੈਂਟਰਲ ਬੈਂਕ ਨੇ, ਇਹੀ ਤਰੀਕਾ ਅਪਣਾਉਂਦੇ ਨੇ ਜਦੋਂ ਇਨਫਲੇਸ਼ਨ ਹੋ ਜਾਂਦੀ ਹੈ ਕਿ ਜੀ ਰੇਟ ਆਫ ਇੰਟਰਸਟ ਵਧਾ ਦਿਓ, ਇਹਦੇ ਨਾਲ ਮਹਿੰਗਾ ਹੋ ਜਾਏਗਾ ਸਾਰਾ ਕੁਛ, ਅਤੇ ਖਪਤ ਘੱਟ ਜਾਏਗੀ ਅਤੇ ਮਹਿੰਗਾਈ ਘਟਣੀ ਸ਼ੁਰੂ ਹੋ ਜਾਏਗੀ। ਅਤੇ ਇਹ ਸਟ੍ਰੈਟਜੀ ਇੱਥੇ ਅਸੀਂ ਓਵਰਆਲ ਜਿਹੜੇ ਨੰਬਰ ਨੇ ਉਹਨਾਂ 'ਚ ਤਾਂ ਦੇਖ ਰਹੇ ਹਾਂ ਕਿ 8% ਤੋਂ ਘੱਟਦੀ ਚਲੋ ਹੁਣ ਜਿਹੜੇ ਲੇਟੈਸਟ ਨੇ ਨੰਬਰ ਮਈ ਦੇ ਕਾਫੀ ਥੱਲੇ 4 ਤੋਂ ਹੁਣ ਥੱਲੇ ਆ ਗਈ ਹੈ। ਪਰ ਨਾ ਤਾਂ ਫੂਡ ਪ੍ਰਾਈਸਿਸ ਘੱਟ ਹੋਈਆਂ ਨੇ, ਉਹ ਉੱਥੇ ਹੀ ਨੇ, ਅਤੇ ਦੂਜਾ ਜਿਹੜਾ ਸਭ ਤੋਂ ਵੱਡਾ ਬੁਰਾ ਅਸਰ ਪਿਆ ਉਹ ਅਸਰ ਪਿਆ ਜਿਹਨਾਂ ਲੋਕਾਂ ਦੀਆਂ ਮੌਰਗੇਜਿਸ ਨੇ ਘਰਾਂ 'ਤੇ, ਉਹਨਾਂ ਲਈ ਤਾਂ ਮਹਿੰਗਾਈ 'ਤੇ ਕੀ ਘਟਣੀ, ਉਹ ਤਾਂ ਅਸਲ 'ਚ ਬੜੇ ਸੰਕਟ 'ਚ ਫਸੇ ਹੋਏ ਨੇ। ਸੋ ਕੀ ਇਹੀ ਤਰੀਕਾ ਸੀ ਜਾਂ ਤੁਸੀਂ ਸਮਝਦੇ ਹੋ ਕਿ ਹੋਰ ਵੀ ਤਰੀਕੇ ਹੁੰਦੇ ਨੇ? ਇੱਕ ਤਾਂ ਪਹਿਲਾਂ ਮਹਿੰਗਾਈ ਬਾਰੇ ਸਮਝ ਲਈਏ, ਇਨਫਲੇਸ਼ਨ ਜਿਹਨੂੰ ਕਹਿੰਦੇ ਆ, ਹਾਂਜੀ, ਕਿ ਇਹਦਾ ਇੱਕ ਅਸੂਲ ਹੈ ਕਿ ਜਦੋਂ ਕੀਮਤਾਂ ਵੱਧ ਜਾਂਦੀਆਂ ਨੇ ਤਾਂ ਕੀਮਤਾਂ ਥੱਲੇ ਨਹੀਂ ਜਾਂਦੀਆਂ। ਇਹਨੂੰ ਐਲਬੋ ਇਫੈਕਟ ਕਹਿੰਦੇ ਨੇ। ਜਿਵੇਂ ਏਰੋਪਲੇਨ ਦਾ ਬੈਕ ਗੇਅਰ ਨਹੀਂ ਨਾ ਹੁੰਦਾ, ਫਾਰਵਰਡ ਗੇਅਰ ਹੁੰਦਾ ਹੈ, ਤਾਂ ਉਹਨੂੰ ਧੱਕ ਕੇ ਆਸੇ ਪਾਸੇ ਕੀਤਾ ਜਾਂਦਾ। ਇਸੇ ਤਰ੍ਹਾਂ ਜਿਹੜੀ ਇਨਫਲੇਸ਼ਨ ਹੈ ਉਹ ਇੱਕ ਵਾਰੀ ਜਿਹੜੀ ਕੀਮਤ ਵੱਧ ਜਾਂਦੀ ਹੈ ਥੱਲੇ ਨਹੀਂ ਆਉਂਦੀ, ਐਲਬੋ ਇਫੈਕਟ ਕਹਿੰਦੇ ਇਹਨੂੰ ਅਸੀਂ। ਅਤੇ ਇਹ ਜਿਹੜੀ ਇਨਫਲੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕੋਵਿਡ ਦੇ ਪੀਰੀਅਡ ਦੇ ਵਿੱਚ ਜਿਹੜੀਆਂ ਸਪਲਾਈ ਚੇਨ ਦੀਆਂ ਡਿਸਟਰਪਸ਼ਨ ਸ਼ੁਰੂ ਹੋਈਆਂ, ਉਹਦੇ ਨਾਲ ਕੁਛ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਨੇ ਵਧੀਆਂ, ਕਿਉਂਕਿ ਸਪਲਾਈ ਘੱਟ ਗਈ ਅਤੇ ਡਿਮਾਂਡ ਜਿਹੜੀ ਸੀ ਉਹ ਖੜੀ ਰਹਿ ਗਈ ਉਸ ਤਰ੍ਹਾਂ। ਫਿਰ ਯੂਕਰੇਨ ਅਤੇ ਰਸ਼ੀਆ ਦਾ ਯੁੱਧ ਆ ਗਿਆ, ਉਹਨੇ 22 ਦੇ ਵਿੱਚ ਜਾ ਕੇ ਇਨਫਲੇਸ਼ਨ ਨੂੰ ਕਾਫੀ ਪੁਸ਼ ਦਿੱਤਾ ਕਿ ਇੱਕ ਟਾਈਮ 'ਤੇ ਇਨਫਲੇਸ਼ਨ ਦਾ ਰੇਟ ਜਿਹੜਾ ਸੀ 8% ਇੱਥੇ ਰਿਕਾਰਡ ਕੀਤਾ ਗਿਆ ਕੈਨੇਡੀਅਨ ਇਕੋਨਮੀ ਦੇ ਵਿੱਚ। ਅਤੇ ਇਹ ਬੜਾ ਹਾਈ ਇਨਫਲੇਸ਼ਨ ਦਾ ਰੇਟ ਹੈ। ਅਤੇ ਇਹਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਫੈਡਰਲ ਬੈਂਕ ਕੈਨੇਡਾ ਦਾ, ਉਹਨੇ ਸਟ੍ਰੈਟਜੀ ਜਿਹੜੀ ਅਡਾਪਟ ਕੀਤੀ ਆ ਕਿ ਇੰਟਰਸਟ ਰੇਟ ਵਧਾ ਦਿਓ।
ਮੈਂ ਸਮਝਦਾ ਕਿ ਇਹਨਾਂ ਨੇ ਠੀਕ ਧਿਆਨ ਨਹੀਂ, ਤਵੱਜੋ ਨਹੀਂ ਦਿੱਤੀ। ਸੈਂਟਰਲ ਬੈਂਕ ਦੇ ਟੂਲ ਕਿੱਟ ਦੇ ਵਿੱਚ 6-7 ਹਥਿਆਰ ਨੇ। ਇੱਕ ਹਥਿਆਰ ਤੇ ਆ ਕਿ ਕੈਸ਼ ਰਿਜ਼ਰਵ ਰੇਸ਼ੋ, ਕਿ ਬੈਂਕ ਜਿਹੜੇ ਨੇ ਉਹਨਾਂ ਕੋਲ ਜਿਹੜਾ ਡਿਪੋਜ਼ਿਟਸ ਆਉਂਦੇ ਨੇ ਕਿੰਨੇ % ਉਹਨਾਂ ਨੇ ਕੈਸ਼ ਰੱਖਣਾ, ਤੇ ਜੇ ਕੈਸ਼ ਰਿਜ਼ਰਵ ਰੇਸ਼ੋ ਵਧਾਤੀ ਜਾਏ ਤਾਂ ਲਿਕੁਇਡਿਟੀ ਮਾਰਕੀਟ 'ਚ ਘਟ ਜਾਂਦੀ ਹੈ, ਇੰਟਰਸਟ ਰੇਟ ਵਧਾਉਣ ਦੀ ਲੋੜ ਨਹੀਂ ਹੈ। ਦੂਸਰਾ ਹੈਗਾ ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਇਹ ਫੈਡਰਲ ਬੈਂਕ ਡਿਸਾਈਡ ਕਰਦਾ ਕਿ ਬੈਂਕ ਜਿਹੜਾ ਹੈ ਘੱਟੋ ਘੱਟ ਕਿੰਨਾ ਕੈਸ਼ ਆਪਣੇ ਕੋਲ ਹਰ ਰੋਜ਼ ਰੱਖਣ। ਤੇ ਤੀਸਰਾ ਹੈਗਾ ਓਪਨ ਮਾਰਕੀਟ ਆਪਰੇਸ਼ਨ, ਕਿ ਬੈਂਕ ਜਿਹੜੇ ਨੇ ਉਹਨਾਂ ਨੂੰ ਆਦੇਸ਼ ਦਿੱਤਾ ਜਾਂਦਾ ਫੈਡਰਲ ਬੈਂਕ ਵੱਲੋਂ ਕਿ ਗੌਰਮੈਂਟ ਦੀਆਂ ਸਿਕਿਉਰਿਟੀ ਖਰੀਦ ਲੈਣ ਤਾਂ ਕਿ ਜਿਹੜਾ ਉਹਨਾਂ ਕੋਲ ਕੈਸ਼ ਆ ਉਹ ਘਟ ਜੇ ਤੇ ਇਹ ਕਰਜ਼ੇ ਘਟ ਦੇਣ। ਤੇ ਇੱਕ ਉਹਨਾਂ ਕੋਲ ਬੜਾ ਵੱਡਾ ਟੂਲ ਹੈ ਜਿਹਨੂੰ ਸਿਲੈਕਟਿਵ ਕੰਟਰੋਲ ਮੇਜਰ ਕਹਿੰਦੇ ਨੇ। ਇਹ ਇਹਨਾਂ ਨੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਕਦੀ ਯੂਜ਼ ਨਹੀਂ ਕੀਤਾ, ਲੇਕਿਨ ਕਈ ਮੁਲਕਾਂ 'ਚ ਇਹਨੂੰ ਕਾਫੀ ਯੂਜ਼ ਕਰਦੇ ਆ। ਇਹਦਾ ਮਤਲਬ ਇਹ ਆ ਕਿ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਜਿਸ ਸੈਕਟਰ ਦੇ ਵਿੱਚ ਜਾਂ ਜਿਸ ਕਿਸਮ ਦੀਆਂ ਕੀਮਤਾਂ ਵੱਧ ਰਹੀਆਂ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਮੇਜਰ ਲੈ ਸਕਦੇ ਹਾਂ। ਫਰਕ ਚਲੋ ਜੇ ਸਾਨੂੰ ਲੱਗਦਾ ਕਿ ਗੈਸ ਦੀਆਂ ਪ੍ਰਾਈਸਿਸ ਵੱਧ ਰਹੀਆਂ ਨੇ ਤਾਂ ਗੈਸ ਨੂੰ ਟਾਰਗੇਟ ਕਰਕੇ ਕੰਮ ਕਰਨਾ ਚਾਹੀਦਾ। ਜੇ ਲੱਗਦਾ ਕਿ ਫੂਡ ਗ੍ਰੇਨ ਦੀਆਂ ਪ੍ਰਾਈਸਿਸ ਵੱਧ ਰਹੀਆਂ ਤਾਂ ਉਹਨੂੰ ਟਾਰਗੇਟ ਕਰਕੇ ਮੇਜਰ ਲੈਣੇ ਚਾਹੀਦੇ ਆ। ਇੱਕ ਬਲਾਈਂਡ ਮੇਜਰ ਲੈ ਲੈਣਾ ਕਿ ਇੰਟਰਸਟ ਰੇਟ ਵਧਾ ਦਿਓ, ਇਹਦਾ ਇੱਕ ਬਹੁਤ ਕਾਸਕੇਡਿੰਗ ਇਫੈਕਟ ਜਿਹੜਾ ਹੈ ਉਹ ਇਕੋਨਮੀ 'ਤੇ ਹੋ ਜਾਂਦਾ ਹੈ। ਜਿਵੇਂ ਇਹਨਾਂ ਨੇ ਇੰਟਰਸਟ ਰੇਟ 0 ਤੋਂ ਵਧਾਉਂਦੇ 5-6% ਤੱਕ ਲੈ ਗਏ ਨੇ। ਉਹਦੇ ਨਾਲ ਹੈ ਕਿ ਆਲ ਅਰਾਊਂਡ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਮੈਂ ਕੈਨੇਡਾ ਦੇ ਸਟੈਟਿਸਟਿਕਸ ਦੇਖ ਰਿਹਾ ਸੀਗਾ ਤੇ ਇਹਦੇ 'ਚ ਜਿਹੜੀ ਇਨਫਲੇਸ਼ਨ ਹੋਈ, ਜਿਹੜੀ ਕਿ ਹਾਈਐਸਟ 22 ਅਪ੍ਰੈਲ ਮਈ 'ਚ ਰਿਕਾਰਡ ਕੀਤੀ ਗਈ, ਉਹਦੇ ਵਿੱਚ ਮੇਜਰ ਫੈਕਟਰ ਜਿਹੜੇ ਸੀਗੇ ਗੈਸ ਸੀਗੀ ਜਿਹਦੀਆਂ ਕੀਮਤਾਂ ਬਹੁਤ ਵਧੀਆਂ, ਤੇ ਦੂਸਰਾ ਮੇਜਰ ਫੈਕਟਰ ਇੰਟਰਸਟ ਰੇਟ। ਇੰਟਰਸਟ ਰੇਟ ਦੀ ਕੰਟਰੀਬਿਊਸ਼ਨ ਇਨਫਲੇਸ਼ਨ ਵਿੱਚ 30% ਸੀਗੀ ਤੇ ਗੈਸ ਦੀ 18-19% ਸੀ। ਸੋ ਗੈਸ ਦੀ ਕੀਮਤ ਜਦੋਂ ਉਹਨਾਂ ਨੇ ਕੰਟਰੋਲ ਕਰ ਲਈ, ਥੋੜ੍ਹੀ ਜਿਹੀ ਘਟ ਗਈ, ਤਾਂ ਉਹਦੇ ਨਾਲ ਇਨਫਲੇਸ਼ਨ ਰੇਟ ਜਿਹੜਾ ਘਟ ਕੇ ਹੁਣ 4% ਤੋਂ ਥੱਲੇ ਆ ਗਿਆ। ਸੋ ਇਸੇ ਤਰ੍ਹਾਂ ਜਿਹੜੀਆਂ ਫੂਡ ਗ੍ਰੇਨ ਪ੍ਰਾਈਸਿਸ ਨੇ ਉਹਦੀ ਇਨਫਲੇਸ਼ਨ ਜਿਹੜੀ ਪਿਛਲੇ ਸਾਲ ਹੋਈ ਸੀ 8%, ਉਹਦੇ 'ਤੇ 4% ਹੋਰ ਐਡ ਇਸ ਸਾਲ ਹੋ ਗਈ। ਸੋ 12% ਵੱਧ ਗਈਆਂ। ਉਹਨੂੰ ਟਾਰਗੇਟ ਨਹੀਂ ਕੀਤਾ ਤੇ ਟਾਰਗੇਟ ਕੀ ਕਰ ਰਹੇ ਨੇ? ਇਨਵੈਸਟਮੈਂਟ ਨੂੰ, ਕਿ ਤੁਸੀਂ ਇੰਟਰਸਟ ਰੇਟ ਵਧਾ ਦਿਓ ਤੇ ਮੌਰਗੇਜ ਜਿਹੜੀਆਂ ਮਹਿੰਗੀਆਂ ਕਰ ਦਿਓ ਤੇ ਲੋਕਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਟੁੱਟ ਰਹੀਆਂ ਨੇ। ਤਾਂ ਇਹ ਜਿਹੜਾ ਤਰੀਕਾ ਹੈਗਾ ਇਹ ਬਹੁਤ ਗਲਤ ਤਰੀਕਾ ਹੈਗਾ, ਕਿ ਮਤਲਬ ਹੈ ਕਿ ਕਾਰਨ ਤਾਂ ਕੋਈ ਹੋਰ ਹੈ ਤੇ ਸਾਰੀ ਇਕੋਨਮੀ ਤੁਸੀਂ ਰਗੜ ਦਿਓ। ਕਿ ਜਿਹੜੀ ਹਾਊਸਿੰਗ ਮਾਰਕੀਟ ਹੈ ਉਹਨੇ ਇਨਫਲੇਸ਼ਨ ਨਹੀਂ ਜਨਰੇਟ ਕੀਤੀ। ਫੂਡ ਇਨਫਲੇਸ਼ਨ ਜਾਂ ਗੈਸ ਦੀ ਪ੍ਰਾਈਸ ਜਿਹੜੀ ਹੈ ਉਹ ਸਪਲਾਈ ਚੇਨ ਨਾਲ ਕਨੈਕਟਡ ਹੈ। ਤੇ ਉੱਥੇ ਤੁਸੀਂ 2-3 ਕਿਸਮ ਦੇ ਹਥਿਆਰ ਵਰਤ ਸਕਦੇ ਜੇ। ਇੱਕ ਤੇ ਆ ਉਹ ਕੰਪਨੀਆਂ ਜਿਹੜੀਆਂ ਤੁਹਾਡੇ ਕੋਲ ਲੋਨ ਲੈਂਦੀਆਂ ਨੇ ਉਹਨਾਂ ਦੇ ਇੰਟਰਸਟ ਰੇਟ ਵਧਾ ਸਕਦੇ ਜੇ, ਸਾਰੀ ਇਕੋਨਮੀ ਦੇ ਵਧਾਉਣ ਦੀ ਲੋੜ ਨਹੀਂ। ਸਿਮਿਲਰਲੀ ਜਿਹੜੀਆਂ ਮੌਰਗੇਜ ਦੇ ਇੰਟਰਸਟ ਰੇਟ ਨੇ ਉਹਨਾਂ ਨੂੰ ਉਸ ਰੇਟ 'ਤੇ ਵਧਾਉਣ ਦੀ ਲੋੜ ਨਹੀਂ ਹੈ, ਸਿਲੈਕਟਿਵਲੀ ਤੁਸੀਂ ਯੂਜ਼ ਕਰ ਸਕਦੇ ਜੇ। ਇਸ ਤੋਂ ਇਲਾਵਾ ਗੌਰਮੈਂਟ ਦੇ ਕੋਲ ਇੱਕ ਹੋਰ ਟੂਲ ਹੈ ਅਵੇਲੇਬਲ ਜਿਹਨੂੰ ਅਸੀਂ ਫਿਸਕਲ ਪਾਲਿਸੀ ਕਹਿੰਦੇ ਹਾਂ। ਫਿਸਕਲ ਪਾਲਿਸੀ ਟੈਕਸੇਸ਼ਨ ਦੀ ਪਾਲਿਸੀ ਆ ਤੇ ਪਬਲਿਕ ਐਕਸਪੈਂਡੀਚਰ ਦੀ ਪਾਲਿਸੀ ਤੇ ਪਬਲਿਕ ਬੋਰੋਇੰਗ ਦੀ ਪਾਲਿਸੀ ਆ। ਟੈਕਸੇਸ਼ਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕੁਝ ਸਟੋਰ ਜਿਹੜੇ ਨੇ ਉਹ ਥਰਸਡੇ ਨੂੰ ਜਿਹੜੇ ਐਲਡਰਲੀ ਪਰਸਨ ਨੇ ਉਹਨਾਂ ਨੂੰ 20% ਤੇ ਸਸਤਾ ਸਮਾਨ ਦਿੰਦੇ ਨੇ। ਸੋ ਜੇ ਤੁਹਾਨੂੰ ਲੱਗਦਾ ਕਿ ਜੇ ਫੂਡ ਪ੍ਰਾਈਸ ਜਿਹੜੀਆਂ ਬਹੁਤ ਵੱਧ ਰਹੀਆਂ ਨੇ ਉਹਦੇ 'ਤੇ ਤੁਸੀਂ 20% ਟੈਕਸ ਦੀ ਕੱਟ ਲਾ ਕੇ ਪ੍ਰਾਈਸਿਸ ਕੰਟਰੋਲ ਕਰ ਸਕਦੇ ਜੇ। ਜਾਂ ਜਿਹੜੀਆਂ ਸਪਲਾਈ ਚੇਨ ਦੇ ਵਿੱਚ 3-4 ਕੰਪਨੀਆਂ ਇਨਵੋਲਵਡ ਨੇ ਉਹਨਾਂ ਦਾ ਕਾਸਟ ਸਟਰਕਚਰ ਵੇਖ ਕੇ ਤੇ ਉਹਦੇ ਰੀਜ਼ਨ ਲੱਭ ਕੇ ਉਹਨਾਂ ਦੀ ਟਾਰਗੇਟਿੰਗ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇ ਤੁਹਾਨੂੰ ਲੱਗਦਾ ਕਿ ਕੀਮਤਾਂ ਜਿਹੜੀਆਂ ਸਪਲਾਈ ਚੇਨ ਦੇ ਰੁਕਾਵਟ ਕਰਕੇ, ਸਪਲਾਈ ਘੱਟ ਹੋਣ ਕਰਕੇ ਵੱਧ ਰਹੀਆਂ ਨੇ, ਤਾਂ ਫਿਰ ਤੁਸੀਂ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੂੰ ਠੀਕ ਭਾਅ ਦੇਣ ਦੇ ਬਾਵਜੂਦ ਕੰਜ਼ਿਊਮਰ ਜਿਹੜੇ ਨੇ ਉਹਨਾਂ ਨੂੰ ਸਬਸਿਡੀ ਦੇ ਕੇ ਕੰਟਰੋਲ ਕਰ ਸਕਦੇ ਹਾਂ। ਫਿਰ ਕਾਊਂਟਰਵੇਲਿੰਗ ਮੇਜਰ ਇਹ ਹੋ ਸਕਦਾ ਕਿ ਜੇ ਇਨਫਲੇਸ਼ਨ ਤੁਹਾਡੇ ਕੋਲ ਸਾਰੇ ਫੈਕਟਰ ਕਰਕੇ ਕੰਟਰੋਲ ਨਹੀਂ ਹੋ ਰਹੀ ਤਾਂ ਜਿਹੜੇ ਇੰਪਲਾਈਜ਼ ਨੇ, ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਦੀਆਂ ਤਨਖਾਹਾਂ ਉਸ ਪ੍ਰਪੋਰਸ਼ਨ ਨਾਲ ਵਧਾਓ। ਇਹਨਾਂ ਨੇ ਕੀ ਕੀਤਾ ਕਿ ਸਿਰਫ ਇੰਟਰਸਟ ਰੇਟ ਵਧਾਏ ਨੇ, ਨਾ ਲੋਕਾਂ ਦੀਆਂ ਤਨਖਾਹਾਂ ਵਧਾਈਆਂ ਤੇ ਨਾ ਟਾਰਗੇਟ ਕਰਕੇ ਕੰਮ ਕੀਤਾ। ਇਸ ਕਰਕੇ ਆਮ ਲੋਕਾਂ ਨੂੰ ਰਗੜਾ ਬਹੁਤ ਇਹਦੇ ਨਾਲ ਲੱਗਿਆ। ਜਿਹੜੀ ਇੱਕ ਆਰਗੂਮੈਂਟ ਅਸੀਂ ਸੁਣੀ ਆ, ਇੱਕ ਤਾਂ ਚਲੋ ਆਪਾਂ ਦੁਬਾਰਾ ਆਉਂਦੇ ਫੂਡ ਵਾਲੇ ਜਿਹੜੀਆਂ ਗਰੋਸਰੀ ਪ੍ਰਾਈਸਿਸ ਵੱਲ ਬਾਅਦ 'ਚ ਆਉਂਦੇ ਹਾਂ। ਜਿਹੜੀ ਇੱਕ ਆਰਗੂਮੈਂਟ ਜਿਹੜੇ ਐਕਸਪਰਟ ਲੋਕ ਦਿੰਦੇ ਸੀ ਕਿ ਜਿਹੜਾ ਹਾਊਸਿੰਗ ਮਾਰਕੀਟ ਹੈ ਓਵਰ ਹੀਟ ਹੋ ਗਈ ਸੀ ਅਤੇ ਜੇ ਉਹਨੂੰ ਨਾ ਕੰਟਰੋਲ ਕੀਤਾ ਜਾਂਦਾ ਤਾਂ ਕੋਲੈਪਸ ਕਰ ਜਾਣਾ ਸੀ ਮਾਰਕੀਟ ਨੇ, ਬੜਾ ਵੱਡਾ ਕ੍ਰਾਈਸਿਸ ਖੜਾ ਹੋ ਸਕਦਾ ਸੀ ਅਤੇ ਜਿਹੜਾ ਬਸਟ ਹੋ ਸਕਦੀ ਸੀ ਮਾਰਕੀਟ।
ਤੇ ਉਹਦੇ ਕਰਕੇ ਇਹ ਰੇਟ ਵਧਾਉਣੇ ਸ਼ੁਰੂ ਕੀਤੇ ਗਏ ਨੇ। ਮੈਂ ਸਮਝਦਾ ਕਿ ਇਹ ਆਰਗੂਮੈਂਟ ਜਿਹੜੀ ਹੈ ਨਾ ਇਹ ਠੀਕ ਨਹੀਂ ਹੈ, ਕਿਉਂਕਿ ਤੁਹਾਨੂੰ ਦੇਖਣਾ ਚਾਹੀਦਾ ਕਿ ਹਾਊਸਿੰਗ ਮਾਰਕੀਟ ਓਵਰਹੀਟ ਕਿਉਂ ਹੋ ਰਹੀ ਹੈ। ਜੇ ਤਾਂ ਓਵਰਹੀਟ ਸਪੈਕੂਲੇਸ਼ਨ ਕਰਕੇ ਹੋ ਰਹੀ ਹੈ ਕਿ ਲੋਕ ਜਿਹੜੇ ਨੇ ਘਰ ਖਰੀਦੀ ਜਾ ਰਹੇ ਨੇ ਇਸ ਪਰਪਸ ਵਾਸਤੇ ਕਿ ਉਹ ਬਾਅਦ ਵਿੱਚ ਉਹਨਾਂ ਨੂੰ ਵੇਚਣਗੇ, ਪ੍ਰੋਫਿਟ ਕਮਾਉਣਗੇ, 5-5 6-6 ਘਰ ਬਣਾ ਰੱਖ ਰਹੇ ਨੇ ਆਪਣੇ ਕੋਲ, ਤੇ ਉਹ ਸਪੈਕੂਲੇਟਿਵ ਪ੍ਰੋਸੈਸ ਹੁੰਦਾ ਹੈ। ਪਰ ਜੇ ਹਾਊਸਿੰਗ ਮਾਰਕੀਟ ਓਵਰਹੀਟ ਇਸ ਕਰਕੇ ਹੋ ਰਹੀ ਹੈ ਕਿ ਹਾਊਸਿੰਗ ਦੀ ਸ਼ਾਰਟੇਜ ਹੈ, ਤਾਂ ਫਿਰ ਤਾਂ ਘਰ ਵਧਾਉਣੇ ਚਾਹੀਦੇ ਨੇ। ਤਾਂ ਇਹਦਾ ਇੱਕ ਤਰੀਕਾ ਇਹ ਹੈ ਕਿ ਇੱਥੇ ਦੋਵੇਂ ਸਿਚੁਏਸ਼ਨ ਸੀ, ਦੋਨਾਂ ਸਿਚੁਏਸ਼ਨ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਕਿ ਜਿੱਥੇ ਨੀਡ ਬੇਸਡ ਗੱਲ ਹੈ, ਕਿ ਜਿੱਥੇ ਜੈਨੂਅਨਲੀ ਘਰਾਂ ਦੀ ਘਾਟ ਹੈ, ਉੱਥੇ ਘਰਾਂ ਨੂੰ ਦੀ ਕੰਸਟਰਕਸ਼ਨ ਵਧਾਉਣ ਵਾਸਤੇ ਚਾਹੀਦਾ ਕਿ ਜਿਹੜੇ ਇੰਟਰਸਟ ਰੇਟ ਨੇ ਉਹ ਘਟਾਏ ਜਾਣ ਜਾਂ ਰੀਜ਼ਨੇਬਲ ਲੈਵਲ 'ਤੇ ਰੱਖੇ ਜਾਣ। ਜੇ ਤੁਸੀਂ ਇੰਟਰਸਟ ਰੇਟ ਬਹੁਤ ਵਧਾ ਦਿੰਦੇ ਜੇ ਤਾਂ ਲੀਜ਼ ਜਿਹੜੀ ਇਹ ਬਹੁਤ ਮਹਿੰਗੀ ਹੋ ਜਾਂਦੀ ਆ, ਤਾਂ ਫਿਰ ਇਨਵੈਸਟਮੈਂਟ ਉਸ ਸੈਕਟਰ ਦੇ ਵਿੱਚ ਰੁਕ ਜਾਂਦੀ ਆ। ਸੋ ਇਹਨੂੰ ਬਲਾਈਂਡਲੀ ਰੋਕਣ ਦੀ ਬਜਾਏ ਸਾਨੂੰ ਜਿਹੜਾ ਸਿਲੈਕਟਿਵ ਜਿਹੜੇ ਮੈਥਡ ਨੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ, ਸਿਲੈਕਟਿਵ ਕ੍ਰੈਡਿਟ ਕੰਟਰੋਲ ਮੇਜਰ ਅਪਲਾਈ ਕਰਨੇ ਚਾਹੀਦੇ ਨੇ ਕਿ ਜਿਨ੍ਹਾਂ ਦੇ ਕੋਲ ਆਲਰੇਡੀ 2-2 ਘਰ ਹੈਗੇ ਨੇ ਉਹਨਾਂ ਨੂੰ ਜਦੋਂ ਕਰਜ਼ਾ ਦੇਣਾ ਤਾਂ ਉਦੋਂ ਮਹਿੰਗਾ ਦਿਓ, ਅਤੇ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਉਹ ਜੇ ਘਰ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਬਹੁਤ ਸਬਸਿਡਾਈਜ਼ਡ ਇੰਟਰਸਟ ਰੇਟ 'ਤੇ ਤੁਸੀਂ ਕਰਜ਼ਾ ਦੇ ਸਕਦੇ ਜੇ। ਇੱਦਾਂ ਹੋ ਸਕਦਾ ਕਿ ਬਿਲਕੁਲ ਹੋ ਸਕਦਾ। ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੰਮ ਜਿਹੜਾ ਹੈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਆਈ ਆ ਉਹਨਾਂ ਨੇ ਕੀਤਾ, ਤੇ ਉਹਦੇ ਨਾਲ ਹਾਊਸਿੰਗ ਮਾਰਕੀਟ ਜਿਹੜੀ ਆ, ਜਿਹੜੀਆਂ ਕਾਫੀ ਕਾਲੋਨੀ ਮਾਡਰਨ ਜਿਹੜੀਆਂ ਨੇ ਉਹ ਬਣੀਆਂ ਨੇ ਕਿ ਜਿਹੜੇ ਮਿਡਲ ਕਲਾਸ ਦੇ ਇੰਪਲਾਈ ਨੇ ਜਿਨ੍ਹਾਂ ਦੀ ਸ਼ੋਰਟ ਇਨਕਮ ਹੈ, ਜਿਹੜੇ ਕਿਸ਼ਤਾਂ ਭਰ ਸਕਦੇ ਨੇ, ਉਹਨਾਂ ਨੂੰ ਬੜੇ ਸਸਤੇ ਲੋਨ ਮਿਲੇ, ਔਰ ਜਿਹੜੇ ਲੋਨ ਉਹਨਾਂ ਨੇ ਲਏ ਉਹਨਾਂ ਦੇ ਉੱਤੇ ਉਹਨਾਂ ਨੂੰ ਇਨਕਮ ਟੈਕਸ ਦੇ ਰਿਬੇਟ ਮਿਲੇ, ਜਿਸ ਕਰਕੇ ਕਾਫੀ ਲੋਕ ਜਿਹੜੇ ਮਿਡਲ ਕਲਾਸ ਦੇ ਉਹ ਘਰ ਬਣਾਉਣ ਵਿੱਚ ਕਾਮਯਾਬ ਹੋ ਗਏ। ਸੋ ਜਦੋਂ ਹਾਊਸਿੰਗ ਮਾਰਕੀਟ ਟਾਈਟ ਹੋਵੇ, ਟਾਈਟ ਹੋਣ ਕਰਕੇ ਡਿਮਾਂਡ ਜ਼ਿਆਦਾ ਹੋਏ, ਸਪਲਾਈ ਘੱਟ ਹੈ, ਤਾਂ ਫਿਰ ਉੱਥੇ ਇਨਵੈਸਟਮੈਂਟ ਇਨਕਰੇਜ ਕਰਨੀ ਚਾਹੀਦੀ ਆ। ਤਾਂ ਉਹਨੂੰ ਇਨਕਰੇਜ ਕਰਨ ਵਾਸਤੇ ਜਿਹੜੇ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਜਿਹੜੇ ਘਰ ਬਣਾਉਣਾ ਚਾਹੁੰਦੇ ਆ, ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ, ਅਤੇ ਸਪੈਕੂਲੇਟਰ ਜਿਹੜੇ ਉਹਨੂੰ ਡਿਸਕਰੇਜ ਕਰਨਾ ਚਾਹੀਦਾ। ਤਾਂ ਇਸ ਕਰਕੇ ਇੱਕ ਡਿਫਰੈਂਸ਼ੀਅਲ ਕ੍ਰੈਡਿਟ ਕੰਟਰੋਲ ਦਾ ਮੇਜਰ ਜਿਹੜਾ ਹੈ ਉਹ ਅਡਾਪਟ ਕਰਕੇ ਬੈਂਕ ਜਿਹੜੇ ਨੇ ਚੱਲ ਸਕਦੇ ਆ। ਜਦੋਂ ਇਹਨਾਂ ਨੇ ਬਲਾਈਂਡਲੀ ਇੰਟਰਸਟ ਰੇਟ ਵਧਾਏ ਆ ਤਾਂ ਬੈਂਕ ਤੇ ਛਾਲਾਂ ਮਾਰਨ ਲੱਗ ਗਏ, ਬੈਂਕਾਂ ਦੀ ਇੱਕਦਮ ਇਨਕਮ ਵੱਧ ਗਈ, ਕਿਉਂਕਿ ਬੈਂਕਾਂ ਕੋਲ ਡਿਪੋਜ਼ਿਟ ਪਏ ਨੇ ਲੋਕਾਂ ਦੇ, ਉੱਤੇ ਇੰਟਰਸਟ ਰੇਟ ਤਾਂ ਕੋਈ ਦਿੰਦੇ ਨਹੀਂ, 0 ਇੰਟਰਸਟ ਰੇਟ 'ਤੇ ਉਹਨਾਂ ਨੂੰ ਡਿਪੋਜ਼ਿਟਸ ਅਵੇਲੇਬਲ ਨੇ, ਤਾਂ 6-7-8% 'ਤੇ ਲੋਨ ਲੋਕਾਂ ਨੂੰ ਦੇ ਰਹੇ ਆ, ਅਤੇ ਉਹਨਾਂ ਦੇ ਪ੍ਰੋਫਿਟ ਬਹੁਤ ਵੱਧ ਗਏ। ਅਤੇ ਮੈਂ ਸਮਝਦਾ ਇਹ ਸਮ ਕਾਈਂਡ ਆਫ ਕਲੂਸ਼ਨ ਹੈ ਕਾਰਪੋਰੇਟ ਬੈਂਕਿੰਗ ਵਿੱਚ ਅਤੇ ਫੈਡਰਲ ਬੈਂਕ ਵਿੱਚ। ਇਹ ਹਾਊਸਿੰਗ ਮਾਰਕੀਟ ਨੂੰ ਕੰਟਰੋਲ ਕਰਨ ਦੀ ਬਜਾਏ ਉਹਨਾਂ ਨੇ ਇੱਕ ਤਰੀਕਾ ਲੱਭ ਲਿਆ ਜਿਹਦੇ ਨਾਲ ਕਾਰਪੋਰੇਟਸ ਪ੍ਰੋਫਿਟ ਜਿਹੜੇ ਵਧਾਏ ਜਾਣ, ਅਤੇ ਜਿਹੜੇ ਹਾਊਸਿੰਗ ਮਾਰਕੀਟ ਆ ਉਹਦਾ ਹੱਲ ਕਰਨ ਦੀ ਬਜਾਏ ਨੁਕਸਾਨ ਵੱਲ ਜ਼ਿਆਦਾ ਕੰਮ ਚੱਲਿਆ ਹੈਗਾ। ਤਾਂ ਇਹ ਕਰ ਸਕਦੇ ਸੀਗੇ, ਦਿਸ ਵਾਜ਼ ਪੋਸੀਬਲ, ਜਿਹੜਾ ਇਹਨਾਂ ਨੇ ਇੱਕ ਰੂਟ ਜਿਹੜਾ ਗਲਤ ਚੂਜ਼ ਕਰ ਲਿਆ। ਕਿਉਂਕਿ ਇਹਦੇ 'ਚ ਅਸੀਂ ਜੋ ਥੱਲੇ ਗਰਾਊਂਡ 'ਤੇ ਅਸੀਂ ਦੇਖ ਰਹੇ ਹਾਂ, ਇਹਦੇ 'ਚ ਹੋ ਕੀ ਰਿਹਾ ਕਿ ਇਹਦੇ ਨਾਲ ਆਪਣੇ ਵੱਲੋਂ ਤਾਂ ਜਿਹੜਾ ਕ੍ਰਾਈਸਿਸ ਕ੍ਰੀਏਟ ਕੀਤਾ ਜਿਹੜੇ ਸਪੈਕੂਲੇਟਰਸ ਨੇ, ਸ਼ਾਇਦ ਸਪੈਕੂਲੇਟਰ ਦਾ ਨੁਕਸਾਨ ਘੱਟ ਹੋਏਗਾ। ਜਿਹੜਾ ਸਭ ਤੋਂ ਵੱਧ ਨੁਕਸਾਨ ਹੋ ਗਿਆ ਜਿਹੜੇ ਜੈਨੂਅਨ ਹੋਮ ਬਾਇਰ ਸੀ, ਜਿਨ੍ਹਾਂ ਨੇ ਪਿਛਲੇ 10 ਸਾਲਾਂ 'ਚ ਘਰ ਖਰੀਦੇ ਸੀ ਔਰ ਬੜਾ ਮੁਸ਼ਕਿਲ ਨਾਲ ਇੱਕ ਘਰ ਆਪਣੇ ਲਈ ਖਰੀਦਿਆ ਸੀ। ਉਹਨਾਂ ਦਾ ਇੰਟਰਸਟ, ਉਹਨਾਂ ਦੀ ਜੋ ਪਹਿਲਾਂ ਉਹਨਾਂ ਦਾ ਪਲਾਨ ਸੀ, ਬਜਟ ਸੀ, ਉਹਦੇ ਨਾਲੋਂ ਕਈ ਗੁਣਾ ਉੱਤੇ ਚਲੇ ਗਿਆ, ਉਹ ਫਸ ਗਏ। ਜਿਹੜਾ ਨੁਕਸਾਨ ਹੈ ਨਾ, ਜਦੋਂ ਇਹੋ ਜਿਹੇ ਮੇਜਰ ਅਸੀਂ ਬਲਾਈਂਡ ਮੇਜਰ ਲੈਂਦੇ ਹਾਂ, ਸਪੈਕੂਲੇਟਰ ਦਾ ਨੁਕਸਾਨ ਹੁੰਦਾ ਨਹੀਂ। ਇਸ ਕਰਕੇ ਨਹੀਂ ਹੁੰਦਾ ਕਿ ਸਪੈਕੂਲੇਟਰ ਜਿਹੜੇ ਨੇ ਉਹ ਜਨਰਲੀ ਵੈਲ ਆਫ ਲੋਕ ਨੇ, ਉਹ 1-2 ਸਾਲ ਲਈ ਵੇਟ ਕਰ ਸਕਦੇ ਨੇ ਆਪਣਾ ਘਰ ਵੇਚਣ ਨੂੰ ਜਾਂ ਖਰੀਦਣ ਵਾਸਤੇ। ਲੇਕਿਨ ਜਿਹੜਾ ਸਧਾਰਨ ਬੰਦਾ ਹੈ, ਜਿਹਦੀ ਲੋੜ ਹੈ, ਐਕਿਊਟ ਨੀਡ ਹੈ, ਉਹ ਨਹੀਂ ਵੇਟ ਕਰ ਸਕਦਾ। ਜਿਹੜਾ ਨੁਕਸਾਨ ਹੈ ਉਹ ਨੀਡ ਬੇਸਡ ਵਾਲੇ ਲੋਕ ਜਿਹੜੇ ਨੇ, ਲੋਅਰ ਮਿਡਲ ਕਲਾਸ ਆ, ਉਹਨਾਂ ਦਾ ਨੁਕਸਾਨ ਹੋਇਆ। ਸੋ ਇਸ ਕਰਕੇ ਇਹਨਾਂ ਨੇ ਇੱਕ ਰੋਂਗ ਮੈਥਡ ਚੂਜ਼ ਕੀਤਾ ਹੈਗਾ ਇਹਨੂੰ ਹਾਊਸਿੰਗ ਮਾਰਕੀਟ ਨੂੰ ਕੰਟਰੋਲ ਕਰਨ ਵਾਸਤੇ। ਚਾਹੀਦਾ ਤਾਂ ਇਹ ਸੀਗਾ ਕਿ ਸਪੈਕੂਲੇਸ਼ਨ ਨੂੰ ਡਿਸਕਰੇਜ ਕਰਦੇ ਔਰ ਜਿਹੜੇ ਜੈਨੂਅਨ ਹਾਊਸਿੰਗ ਦੇ ਨੀਡ ਵਾਲੇ ਲੋਕ ਨੇ ਉਹਨਾਂ ਨੂੰ ਇਨਕਰੇਜ ਕਰਦੇ। ਤਾਂ ਇਸ ਕਰਕੇ ਇੱਕ ਸਰਵੇ ਕਰਕੇ, ਡੇਟਾ ਕਲੈਕਟ ਕਰਕੇ ਇਹਨਾਂ ਨੂੰ ਪਾਲਿਸੀ ਬਣਾਉਣੀ ਚਾਹੀਦੀ ਸੀ, ਜਿਹੜਾ ਇਹਨਾਂ ਨੇ ਕੰਮ ਨਹੀਂ ਕੀਤਾ। ਤਾਂ ਇਸ ਕਰਕੇ ਇਹਨਾਂ ਨੇ ਨੁਕਸਾਨ ਜ਼ਿਆਦਾ ਕੀਤਾ, ਔਰ ਇਹਦੇ ਨਾਲ ਕਾਫੀ ਲੋਕ ਜਿਹੜੇ ਡਿਫਾਲਟਰ ਦੀ ਕੈਟੇਗਰੀ 'ਚ ਜਾ ਰਹੇ ਨੇ, ਅਤੇ ਇਹ ਕਿਸ਼ਤਾਂ ਨਹੀਂ ਭਰੀਆਂ ਜਿਹੜੀਆਂ, ਕਿਉਂਕਿ ਕਾਫੀ ਲੋਕ ਜਿਹੜੇ ਕੰਮਕਾਜ ਕਰਦੇ ਨੇ ਉਹਨਾਂ ਦੀਆਂ ਵੇਜਸ ਐਂਡ ਸੈਲਰੀ ਜਿਹੜੀਆਂ ਨੇ ਉਹ 8% 'ਤੇ ਵਧੀਆਂ ਨਹੀਂ, ਜਿਹਦੀ ਇਨਫਲੇਸ਼ਨ 8% ਹੋਈ ਹੈ, ਉਲਟਾ ਸਗੋਂ ਘਟਣੀ ਸ਼ੁਰੂ ਹੋ ਗਈ ਹੈ ਜੀ। ਤਾਂ ਇਸ ਕਰਕੇ, ਕਿਉਂਕਿ ਕੈਨੇਡੀਅਨ ਇਕੋਨਮੀ ਦਾ ਇਸ ਵੇਲੇ ਫੇਜ਼ ਜਿਹੜਾ ਉਹ ਸਟੈਗਫਲੇਸ਼ਨ ਦਾ, ਇੱਕ ਪਾਸੇ ਇਨਫਲੇਸ਼ਨ ਹੈ, ਦੂਜੇ ਪਾਸੇ ਸਟੈਗਨੇਸ਼ਨ ਹੈ, ਅਤੇ ਸਟੈਗਨੇਸ਼ਨ ਕਰਕੇ ਲੋਕਾਂ ਨੂੰ ਕੰਮ ਤਾਂ ਮਿਲ ਨਹੀਂ ਰਿਹਾ, ਅਤੇ ਉਹਨਾਂ ਦੀਆਂ ਵੇਜਸ ਘਟ ਗਈਆਂ, ਸੈਲਰੀਜ਼
ਬੇਸ਼ੱਕ ਨਾ ਘਟੀਆਂ ਹੋਣ, ਪਰ ਸੈਲਰੀਜ਼ ਵਧਣੀਆਂ ਚਾਹੀਦੀਆਂ ਸੀਗੀਆਂ, ਉਹ ਨਹੀਂ ਵਧੀਆਂ ਉਸ ਪ੍ਰਪੋਰਸ਼ਨ ਨਾਲ। ਸੈਲਰੀ ਮੇਰੀ ਨੌਲੇਜ ਹੈ ਕਿ 2% ਦੇ ਰੇਟ ਨਾਲ ਵਧੀਆਂ। ਇਨਫਲੇਸ਼ਨ 8% ਹੋਵੇ ਅਤੇ ਸੈਲਰੀ 2% ਵਧਾਓ ਤੁਸੀਂ, ਤਾਂ ਇਹ ਕੋਈ ਜਸਟੀਫਾਈਡ ਨਹੀਂ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਗਲਤ ਪੋਲਿਸੀ ਅਡਾਪਟ ਕਰਕੇ ਜਿਹੜੇ ਇਹਨਾਂ ਦੇ ਟੂਲ ਕਿੱਟ ਦੇ ਵਿੱਚ ਟੂਲ ਪਏ ਸੀਗੇ ਉਹਨਾਂ ਨੂੰ ਵਰਤਣ ਤੋਂ ਗਰੇਜ਼ ਕੀਤਾ। ਅਤੇ ਇਹਦੇ ਨਾਲ ਇਕੋਨਮੀ ਦਾ ਨੁਕਸਾਨ ਹੋਇਆ, ਕਿਉਂਕਿ ਹਾਈ ਇੰਟਰਸਟ ਰੇਟ ਦੇ ਨਾਲ ਇਨਫਲੇਸ਼ਨ ਤਾਂ ਤੁਸੀਂ ਜਨਰਲੀ ਕੰਟਰੋਲ ਕਰਨ ਵੱਲ ਨੂੰ ਕੋਸ਼ਿਸ਼ ਕੀਤੀ ਆ, ਲੇਕਿਨ ਇਹਦਾ ਇਨਵੈਸਟਮੈਂਟ ਡਿਸਕਰੇਜ ਹੋ ਜਾਂਦੀ ਆ, ਔਰ ਇਹਦੇ ਨਾਲ ਜਿਹੜਾ ਨੁਕਸਾਨ ਇਕੋਨਮੀ ਦਾ ਜ਼ਿਆਦਾ ਹੋ ਜਾਂਦਾ। ਜਿਹੜੇ ਛੋਟੇ ਬਿਜ਼ਨਸ ਨੇ ਜਿਨ੍ਹਾਂ ਨੇ ਪੈਸੇ ਉਧਾਰ ਲੈ ਕੇ ਬੈਂਕਾਂ ਤੋਂ ਕੰਮ ਸ਼ੁਰੂ ਕੀਤਾ, ਉਹਨਾਂ ਦੀ ਜਦੋਂ ਇਨਕਮ ਨਹੀਂ ਵੱਧਦੀ ਅਤੇ ਉਹਨਾਂ ਦੀਆਂ ਲਾਇਬਿਲਿਟੀ ਵੱਧਦੀਆਂ ਨੇ ਤਾਂ ਉਹ ਬੈਂਕਰਪਸੀ ਵੱਲ ਨੂੰ ਚਲੇ ਜਾਂਦੇ ਨੇ। ਤਾਂ ਇਹ ਮੈਂ ਸਮਝਦਾ ਇਹਦੇ ਨਾਲ ਕਿਰਾਏ ਵੱਧ ਗਏ। ਹਾਂ, ਬਿਲਕੁਲ ਕਿਰਾਏ ਵਧੇ ਨੇ। ਬਿਜ਼ਨਸ ਫੇਲਰ ਵੱਲ ਵੀ ਜਾਣ ਲੱਗ ਜਾਂਦੇ ਜਦੋਂ ਤੁਹਾਡਾ ਅਰਨਿੰਗ ਘਟਦੀ ਆ ਅਤੇ ਖਰਚ ਵੱਧ ਜਾਂਦੇ ਨੇ। ਸੋ ਇਹ ਤਰੀਕਾ ਇਹਨਾਂ ਦਾ ਠੀਕ ਨਹੀਂ ਹੈ। ਇਸੇ ਤਰ੍ਹਾਂ ਫੂਡ ਏਰੀਏ ਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀਗਾ। ਜਿਵੇਂ ਬਹੁਤ ਸਾਰੇ ਮੁਲਕਾਂ ਦੇ ਵਿੱਚ, ਮੈਂ ਹਿੰਦੁਸਤਾਨ ਦੀ ਐਗਜ਼ਾਮਪਲ ਦਿੰਦਾ ਕਿ ਹਿੰਦੁਸਤਾਨ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਅਨਾਜ ਸਰਕਾਰ ਖਰੀਦਦੀ ਆ। 5-6 ਲੱਖ ਕਰੋੜ ਦਾ ਇਹ ਬਜਟ ਹੈ ਜਿਹਦੇ ਨਾਲ ਸਰਕਾਰ ਅਨਾਜ ਖਰੀਦਦੀ ਆ। ਲੇਕਿਨ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਲੋਕ ਨੇ, ਜਿਹੜੇ ਗਰੀਬ ਨੇ, ਉਹਨਾਂ ਨੂੰ 2 ਰੁਪਏ ਕਿਲੋ, 1 ਰੁਪਏ ਕਿਲੋ ਚੌਲ, 2 ਰੁਪਏ ਕਿਲੋ ਕਣਕ ਜਿਹੜੀ ਆ ਉਹ ਗੌਰਮੈਂਟ ਸਪਲਾਈ ਸਭਸੇ ਸਸਤੇ ਰੇਟ 'ਤੇ ਕਰਦੀ ਆ। ਸੋ ਇੱਕ ਮੈਥਡ ਹੈ ਜਿਹੜਾ ਅਸੀਂ ਮੋਨਟਰੀ ਪਾਲਿਸੀ ਦੇ ਨਾਲ ਫਿਸਕਲ ਮੇਜਰ ਯੂਜ਼ ਕਰਕੇ ਇਨਫਲੇਸ਼ਨ ਨੂੰ ਵੀ ਕੰਟਰੋਲ ਕਰਦੇ ਹਾਂ ਅਤੇ ਡਿਵੈਲਪਮੈਂਟ ਨੂੰ ਜਿਹੜਾ ਜਾਰੀ ਰੱਖਣ ਵਾਸਤੇ ਜਿਹੜਾ ਇੰਟਰਸਟ ਰੇਟ ਅਨਨੈਸੈਸਰੀਲੀ ਵਧਾਉਂਦੇ ਨਹੀਂ ਹਾਂ। ਕਿਉਂਕਿ ਜਿਹੜਾ ਇਨਵੈਸਟਮੈਂਟ ਆ, ਜਦੋਂ ਸਟੈਗਨੇਸ਼ਨ ਦਾ ਫੇਜ਼ ਹੋਏ, ਇਨਵੈਸਟਮੈਂਟ ਵਧਾਉਣਾ ਬਹੁਤ ਲਾਜ਼ਮੀ ਹੁੰਦਾ ਕਿ ਇਨਵੈਸਟਮੈਂਟ ਦੇ ਨਾਲ ਹੀ ਬਿਜ਼ਨਸ ਵੱਧਦਾ, ਇਨਵੈਸਟਮੈਂਟ ਦੇ ਨਾਲ ਹੀ ਨੌਕਰੀਆਂ ਵੱਧਦੀਆਂ ਨੇ ਅਤੇ ਮਨੀ ਜਿਹੜੀ ਸਰਕੂਲੇਸ਼ਨ ਦੇ ਨਾਲ ਇਕੋਨਮੀ ਦੀ ਗਰੋਥ ਰੇਟ ਵੱਧਦੀ ਆ। ਤਾਂ ਇਹ ਜਿਹੜਾ ਇਹਨਾਂ ਨੇ ਮੈਥਡ ਅਡਾਪਟ ਕੀਤਾ, ਮੈਂ ਸਮਝਦਾ ਕਿ ਇਹ ਜਿਵੇਂ ਸੁੱਤੇ ਲੋਕ ਕਰਦੇ ਨਾ ਕੰਮ, ਉੱਦਾਂ ਦਾ ਕੰਮ ਕੀਤਾ ਹੈ। ਇਹਨਾਂ ਦੇ ਟੂਲ ਕਿੱਟ ਦੇ ਵਿੱਚ 5-6 ਮੈਥਡ ਹੋਰ ਨੇ ਜਿਨ੍ਹਾਂ ਵੱਲ ਇਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਜਿਵੇਂ ਬੰਦਾ ਉਹ ਅੱਖਾਂ ਜਿਹਾ ਮਲਦਾ ਉੱਠ ਕੇ ਆ ਗਿਆ, ਇੱਕਦਮ ਉਹਨੂੰ ਪਤਾ ਲੱਗਿਆ, ਹਾਂ, ਤੇ ਬਸ ਜੋ ਮੂੰਹ 'ਚ ਆ ਕੇ ਕਰੀ ਜਾ ਰਿਹਾ। ਮੇਰਾ ਖਿਆਲ ਹੈ ਇਹਨਾਂ ਨੇ ਨਕਲ ਮਾਰੀ ਅਮਰੀਕਾ ਦੀ, ਕਿਉਂਕਿ ਅਮਰੀਕਾ ਦੇ ਫੈਡਰਲ ਬੈਂਕ ਨੇ ਇੰਟਰਸਟ ਰੇਟ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਅਮਰੀਕਾ ਦਾ ਤਾਂ ਕਾਰਨ ਹੋਰ ਹੈ। ਅਮਰੀਕਾ ਦਾ ਫੈਡਰਲ ਬੈਂਕ ਜਦੋਂ ਇੰਟਰਸਟ ਰੇਟ ਵਧਾਉਂਦਾ ਅਤੇ ਸਾਰੀ ਦੁਨੀਆ ਤੋਂ ਕੈਪੀਟਲ ਜਿਹੜਾ ਹੈ ਉਹ ਅਮਰੀਕਾ 'ਚ ਆ ਜਾਂਦਾ ਅਤੇ ਅਮਰੀਕਾ 'ਚ ਇਨਵੈਸਟਮੈਂਟ ਵੱਧਦੀ ਆ। ਤਾਂ ਉਹ ਮੇਜਰ ਕੈਨੇਡਾ ਵਿੱਚ ਨਹੀਂ ਕਾਮਯਾਬ ਹੁੰਦਾ, ਕਿਉਂਕਿ ਕੈਨੇਡੀਅਨ ਕਰੰਸੀ ਜਿੱਦਾਂ ਸਟੇਟਸ ਉਹ ਨਹੀਂ ਹੈ ਜੋ ਅਮਰੀਕਨ ਡਾਲਰ ਦਾ ਹੈਗਾ। ਸੋ ਇਸ ਕਰਕੇ ਜਿਹੜੀ ਚੀਜ਼ ਰੈਲੇਵੈਂਟ ਅਮਰੀਕਾ ਦੇ ਵਿੱਚ ਹੈ ਉਹ ਰੈਲੇਵੈਂਟ ਨਾ ਕੈਨੇਡਾ ਵਿੱਚ ਹੈ, ਨਾ UK ਵਿੱਚ ਹੈ, ਨਾ ਫਰਾਂਸ ਵਿੱਚ ਹੈ, ਨਾ ਜਰਮਨੀ 'ਚ ਹੈ। ਸੋ ਜਿਹੜੇ ਮੁਲਕ ਸਟੈਗਨੇਸ਼ਨ ਦੇ ਫੇਜ਼ 'ਚ ਨੇ ਉਹਨਾਂ ਵਾਸਤੇ ਹੋਰ ਮੇਜਰ ਜਿਹੜੇ ਨੇ ਉਹ ਲੈਣੇ ਜ਼ਰੂਰੀ ਨੇ। ਇੱਕ ਤਾਂ ਮੇਰੇ ਕੋਲ ਮੈਸੇਜ ਸੀਗਾ ਕਿ ਜਿਹੜਾ ਇਹ ਇਨਫਲੇਸ਼ਨ ਨੂੰ ਕੈਲਕੂਲੇਟ ਕਰਨ ਦਾ ਜਿਹੜੇ ਮੈਥਡ ਨੇ ਨਵੇਂ ਤੇ ਪੁਰਾਣੇ, ਇਹ ਕਿੰਨੇ ਕੁ ਇਫੈਕਟਿਵ ਨੇ। ਰਿਸ਼ੀ ਜੀ ਇਹਦੇ ਬਾਰੇ ਸਵਾਲ ਪੁੱਛ ਰਹੇ, ਥੋੜ੍ਹਾ ਇਹਦੇ ਬਾਰੇ ਕਮੈਂਟ ਕਰ ਸਕਦੇ ਹੋ ਪਹਿਲਾਂ? ਦੇਖੋ, ਜਿਹੜਾ ਪੁਰਾਣਾ ਮੈਥਡ ਹੈ ਇਨਫਲੇਸ਼ਨ ਨੂੰ ਮੇਜਰ ਕਰਨ ਦਾ, ਉਹਨੂੰ ਇੱਕ ਨੂੰ CPI ਕਹਿੰਦਾ, ਕੰਜ਼ਿਊਮਰ ਪ੍ਰਾਈਸ ਇੰਡੈਕਸ, ਅਤੇ ਇੱਕ ਹੁੰਦਾ WPI, ਹੋਲਸੇਲ ਪ੍ਰਾਈਸ ਇੰਡੈਕਸ। ਇਹ ਇੰਡੈਕਸ ਜਿਹੜੇ ਨੇ ਇਹ ਕਮੋਡਿਟੀ ਮਾਰਕੀਟ ਜਿਹੜੀਆਂ ਨੇ, ਜਿਹੜੀਆਂ ਕਮੋਡਿਟੀ ਨੂੰ ਅਸੀਂ ਮਾਪ ਸਕਦੇ ਹਾਂ, ਤੋਲ ਸਕਦੇ ਹਾਂ, ਉਹਨਾਂ ਦੇ ਹਿਸਾਬ ਨਾਲ ਹੈ। ਲੇਕਿਨ ਜਿਹੜੀਆਂ ਕੈਨੇਡਾ ਵਰਗੀਆਂ, USA ਵਰਗੀਆਂ ਜਾਂ ਯੂਰਪ ਵਾਲੀਆਂ ਇਕੋਨਮੀ ਨੇ, ਉਹਨਾਂ ਦੇ ਵਿੱਚ ਜਿਹੜਾ ਇਹਦਾ ਵੇਟ ਹੈ ਕਿ ਕਿੰਨੇ % ਇਹ ਚੀਜ਼ਾਂ ਕਾਊਂਟ ਕਰਦੀਆਂ ਨੇ, ਉਹ 25-30% ਹੈ। 70% ਤੋਂ ਜ਼ਿਆਦਾ ਜਿਹੜਾ ਵੇਟ ਹੈ ਉਹ ਸਰਵਿਸਿਜ਼ ਦਾ, ਕਿ ਜਿਵੇਂ ਐਜੂਕੇਸ਼ਨ ਹੈ, ਰੀਕ੍ਰੀਏਸ਼ਨਲ ਐਕਟੀਵਿਟੀ ਹੈ, ਟਰੱਕਿੰਗ ਟਰਾਂਸਪੋਰਟ ਦਾ ਹੈਗਾ, ਤੁਸੀਂ ਆ ਫੋਟੋਗ੍ਰਾਫੀ ਦੀ ਗੱਲ ਕਰ ਰਹੇ ਸੀਗੇ, ਜਾਂ ਸੈਲੀਬ੍ਰੇਸ਼ਨ ਵਾਸਤੇ ਕਨਵੈਨਸ਼ਨ ਸੈਂਟਰਸ ਨੇ, ਹਾਲ ਨੇ, ਇਹ ਬਹੁਤ ਸਾਰੀਆਂ ਇਹੋ ਜਿਹੀਆਂ ਸਰਵਿਸਿਜ਼ ਨੇ, ਕਲੱਬਸ ਨੇ, ਇਹਨਾਂ ਦਾ ਵੇਟ 70% ਹੈ ਅਤੇ ਇਹ ਇਹਨਾਂ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਂਦਾ। ਤਾਂ ਇਸ ਕਰਕੇ ਜਦੋਂ ਸਕੂਲ ਦੀਆਂ ਫੀਸਾਂ ਵੱਧ ਗਈਆਂ ਜਾਂ ਰੀਕ੍ਰੀਏਸ਼ਨ ਸੈਂਟਰਾਂ ਦੇ ਕਿਰਾਏ ਵੱਧ ਗਏ ਜਾਂ ਕਿਰਾਏ ਹਾਊਸਿੰਗ ਦੇ ਵੱਧ ਗਏ, ਇਹ ਕਾਊਂਟ ਨਹੀਂ ਕਰਦੇ। ਅਤੇ ਇਸ ਕਰਕੇ ਜੇ ਰੀਅਲ ਤੁਸੀਂ ਮੇਜਰ ਕਰਨਾ ਕਿ ਕਿਵੇਂ ਇਨਫਲੇਸ਼ਨ ਆ ਰਹੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਤੇ ਮੇਜਰ ਕਰਨਾ ਚਾਹੀਦਾ ਹੈ। ਅਤੇ ਜਿਹੜਾ CPI ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਪੁਰਾਣਾ ਮੈਥਡ ਹੈ, ਉਹ ਸਿਰਫ ਛੋਟੇ ਜਿਹੇ ਹਿੱਸੇ ਨੂੰ ਹੀ ਮੇਜਰ ਕਰਦਾ ਹੈਗਾ। ਇਹਨੂੰ ਬਦਲਣ ਦੀ ਲੋੜ ਹੈ। ਹਾਂ, ਅਤੇ ਇਸੇ ਕਰਕੇ ਜਿਹੜੇ ਨੰਬਰਸ ਵਗੈਰਾ ਵੀ ਆਉਂਦੇ ਨੇ ਕਈ ਵਾਰ, ਉਹਨਾਂ ਨੂੰ ਲੈ ਕੇ ਕਈ ਲੋਕ ਬੜੇ ਕਨਫਿਊਜ਼ ਹੁੰਦੇ ਨੇ ਵੀ ਇਹ ਕਿਵੇਂ ਨੰਬਰ ਆਏ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੀ ਕਰਦੇ ਨੇ
ਕਿ ਫਾਰ ਐਗਜ਼ਾਮਪਲ ਜਿਨ੍ਹਾਂ ਦੇ ਬੱਚੇ ਨਹੀਂ ਸਕੂਲ 'ਚ ਪੜ੍ਹਦੇ ਉਹਨਾਂ ਨੂੰ ਵਧੀਆ ਫੀਸਾਂ ਨਜ਼ਰ ਨਹੀਂ ਆਉਂਦੀਆਂ। ਚਲੋ ਇੱਥੇ ਹੈ ਕਿ ਵੀ ਸਕੂਲਾਂ 'ਚ ਫੀਸਾਂ ਕਿਉਂਕਿ ਨਹੀਂ ਵੱਧਦੀਆਂ, ਇਸ ਕਰਕੇ ਚਲੋ ਨੇ ਕੁਝ ਲੋਕ ਪ੍ਰਾਈਵੇਟ ਸਕੂਲਾਂ 'ਚ ਬੱਚੇ ਭੇਜ ਰਹੇ ਨਾ, ਉਹਨਾਂ ਸਕੂਲਾਂ 'ਚ ਫੀਸਾਂ ਲਈਆਂ ਜਾਂਦੀਆਂ ਨੇ। ਜਾਂ ਬਹੁਤ ਸਾਰੀਆਂ ਸਰਵਿਸਿਜ਼ ਐਸੀਆਂ ਨੇ, ਜਿਵੇਂ ਕਨਵੈਨਸ਼ਨ ਸੈਂਟਰ ਦੀ ਮੈਂ ਗੱਲ ਕੀਤੀ ਹੈਗੀ ਆ, ਜਿੱਥੇ ਲੋਕੀ ਫੰਕਸ਼ਨ ਕਰਦੇ ਨੇ, ਕਲੱਬਾਂ ਨੇ, ਫੀਸਾਂ ਨੇ ਉਹਨਾਂ ਦੀਆਂ, ਉਹ ਚੁੱਪ ਚਪੀਤੇ ਵਧਾ ਦਿੰਦੇ ਨੇ ਤੇ ਉਹ ਕਾਊਂਟ ਨਹੀਂ ਹੁੰਦੀਆਂ। ਜਾਂ ਪ੍ਰਾਈਵੇਟ ਕੋਚਿੰਗ ਨੇ, ਜਿਵੇਂ ਉਹਦੇ 'ਚ ਫੀਸਾਂ ਵੱਧ ਜਾਂਦੀਆਂ ਨੇ, ਉਹ ਇਹਦੇ 'ਚ ਆਉਂਦੀਆਂ ਨਹੀਂ ਹੈ। ਜਾਂ ਟਰਾਂਸਪੋਰਟ ਕਾਸਟ ਵੱਧ ਜਾਂਦੀ ਆ, ਉਹ ਨਹੀਂ ਇਹਦੇ ਵਿੱਚ ਕਾਊਂਟ ਹੁੰਦੀ। ਸੋ ਇਸ ਕਰਕੇ ਜੇ ਸਹੀ ਮੇਜਰ ਲੈਣਾ ਇਨਫਲੇਸ਼ਨ ਦਾ, ਤਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਕਾਊਂਟ ਕਰਕੇ ਇਹ ਕੰਮ ਕਰਨਾ ਚਾਹੀਦਾ। ਅਤੇ ਅੱਜ ਦਾ ਜ਼ਮਾਨਾ ਜਿਹੜਾ IT ਸੈਕਟਰ ਦਾ ਜ਼ਮਾਨਾ ਹੈ, ਅਤੇ ਇਹਨਾਂ ਨੂੰ ਕੈਲਕੂਲੇਟ ਕਰਨਾ ਕੋਈ ਔਖੀ ਗੱਲ ਨਹੀਂ ਹੈ। ਸੋ ਇਹਦੇ ਵਾਸਤੇ ਸਰਕਾਰ ਜਿਹੜੀ ਹੈ, ਉਹਨਾਂ ਦਾ ਜਿਹੜਾ ਇੰਪੀਰੀਕਲ ਸਟੱਡੀ ਕਰਨ ਦਾ ਜਿਹੜਾ ਸੈਂਟਰ ਨੇ ਜਾਂ ਮਹਿਕਮਾ ਹੈ, ਉਹਨਾਂ ਨੂੰ ਆਪਣਾ ਜਿਹੜਾ ਚੌਖਟਾ ਹੈ ਉਹਨੂੰ ਵਧਾ ਕੇ ਅਤੇ ਜਿਹੜੀ ਮੌਜੂਦਾ ਆਰਥਿਕਤਾ ਹੈ ਉਹਦੇ ਹਿਸਾਬ ਨਾਲ ਇਹਨੂੰ ਮੇਜਰ ਕਰਨ ਦੀ ਲੋੜ ਹੈ, ਤਾਂ ਕਿ ਟੋਟੈਲਿਟੀ ਦੇ ਵਿੱਚ ਹੋਲਿਸਟਿਕ ਮੇਜਰ ਜਿਹੜਾ ਹੈ ਉਹ ਡਿਵੈਲਪ ਕੀਤਾ ਜਾਵੇ, ਨਾ ਕਿ ਛੋਟੀ ਬਾਸਕਟ ਜਿਹੜੀ ਹੈ ਕੰਜ਼ਿਊਮਰ ਗੁੱਡਸ ਦੀ, ਉਹਨੂੰ ਲੈ ਕੇ ਅਸੀਂ ਇਨਫਲੇਸ਼ਨ ਨੂੰ ਮੇਜਰ ਕਰੀਏ। ਅੱਛਾ, ਕੁਛ ਮੇਰੇ ਕੋਲ ਜਿਵੇਂ ਕੌਮੈਂਟ ਆ ਰਹੇ ਨੇ, ਇਹ ਵੀ ਸਾਡੇ ਕਾਫੀ ਮਤਲਬ ਪੋਪੂਲਰ ਜਿਹੜਾ ਹੈ ਆਬਜ਼ਰਵੇਸ਼ਨ ਜਾਂ ਕੌਮੈਂਟ ਹੁੰਦਾ ਸਾਡੇ ਸ਼ੋਅ 'ਚ, ਕਿ ਜੀ ਅਸਲ ਦੇ 'ਚ ਇਮੀਗ੍ਰੇਸ਼ਨ ਨੂੰ ਥੋੜ੍ਹਾ ਕੰਟਰੋਲ ਕਰਨ ਦੀ ਲੋੜ ਹੈ। ਉਹ ਵੀ ਬਹੁਤ ਵੱਡਾ ਕਾਰਨ ਹੈ, ਪਰ ਸਾਡੀਆਂ ਜਿਹੜੀਆਂ ਸਰਕਾਰਾਂ ਇਹ ਸਮਝੀਆਂ ਨੇ ਕਿ ਇਕੋਨਮੀ ਨੂੰ ਚੱਲਦਾ ਰੱਖਣ ਲਈ ਇਮੀਗ੍ਰੇਸ਼ਨ ਦੀ ਲੋੜ ਹੈ। ਪਰ ਇੱਕ ਜਨਰਲ ਪਰਸੈਪਸ਼ਨ ਇਹ ਹੈ ਕਿ ਜਿੰਨੇ ਬੰਦੇ ਆ ਰਹੇ ਨੇ, ਉਨੇ ਬੰਦਿਆਂ ਲਈ ਨਾ ਘਰ ਹੋ ਸਕਦਾ, ਨਾ ਉਨ੍ਹਾਂ ਲਈ ਹੋਰ ਸਹੂਲਤਾਂ ਹੋ ਸਕਦੀਆਂ ਨੇ। ਸੋ ਇਸ ਕਰਕੇ ਪੌਜ਼ ਦਿੱਤਾ ਜਾਏ, ਉਹਦੇ ਉੱਤੇ ਉਹਨੂੰ ਘਟਾਇਆ ਜਾਏ ਜਾਂ ਰੋਕਿਆ ਜਾਏ। ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ? ਦੇਖੋ, ਜਿਹੜੀ ਕੈਨੇਡੀਅਨ ਗੌਰਮੈਂਟ ਹੈ, ਇਹ ਅਨਰਿਸਟ੍ਰਿਕਟਿਡ ਇਮੀਗ੍ਰੇਸ਼ਨ ਨਹੀਂ ਅਲਾਓ ਕਰਦੀ। ਤੁਹਾਨੂੰ ਪਤਾ ਹੋਣਾ ਕਿ ਕੈਨੇਡਾ ਦੇ ਵਿੱਚ ਐਂਟਰ ਕਰਨ ਵਾਸਤੇ ਜਿਸ ਮੁਲਕ ਤੋਂ ਲੋਕ ਆਉਂਦੇ ਨੇ, ਉਹਨਾਂ ਨੂੰ ਵੀਜ਼ਾ ਲੈ ਕੇ ਆਉਣਾ ਪੈਂਦਾ ਹੈ, ਅਤੇ ਇਹਨਾਂ ਦੇ ਕਾਉਂਸੂਲੇਟ ਜਾਂ ਐਮਬੈਸੀ ਜਿਹੜੀਆਂ ਨੇ ਉਹ ਵੀਜ਼ਾ ਦਿੰਦੀਆਂ ਨੇ ਅਤੇ ਤਾਂ ਆਉਂਦੇ ਨੇ। ਤੋ ਜਿਵੇਂ ਪਹਿਲਾਂ ਇੱਥੇ ਅਨਪੜ੍ਹ ਲੋਕ ਆਉਂਦੇ ਸੀਗੇ, ਉਹਨਾਂ ਨੂੰ ਹੁਣ ਵੀਜ਼ੇ ਨਹੀਂ ਮਿਲ ਰਹੇ, ਅਤੇ ਪੜ੍ਹੇ ਲਿਖੇ ਲੋਕਾਂ ਨੂੰ ਜਾਂ ਵਿਦਿਆਰਥੀਆਂ ਨੂੰ ਵੀਜ਼ੇ ਮਿਲ ਰਹੇ ਨੇ। ਜਾਂ ਕੁਛ ਮੁਲਕਾਂ ਦੇ ਵਿੱਚ ਜਿੱਥੇ ਜੰਗ ਲੱਗੀ ਹੈ ਜਾਂ ਸਿਚੁਏਸ਼ਨ ਸਿਵਲ ਵਾਰ ਹੈ, ਉੱਥੋਂ ਇਹਨਾਂ ਨੇ ਬੜੇ ਥੋਕ 'ਚ ਵੀਜ਼ੇ ਦਿੱਤੇ ਨੇ। ਉਹਨੂੰ ਜ਼ਰੂਰ ਵਿਚਾਰਨ ਦੀ ਲੋੜ ਹੈ ਕਿ ਤੁਹਾਨੂੰ ਕਿੰਨੀ ਕੁ ਉੱਥੇ ਵੀਜ਼ੇ ਦੇਣੇ ਚਾਹੀਦੇ ਨੇ। ਅਤੇ ਲੇਕਿਨ ਕੈਨੇਡੀਅਨ ਇਕੋਨਮੀ ਜਿਹੜੀ ਹੈ, ਜੇ ਤੁਸੀਂ ਇਮੀਗਰੈਂਟਸ ਨੂੰ ਇੱਥੇ ਨਾ ਬੁਲਾਓ ਤਾਂ ਇਹ ਚੱਲ ਨਹੀਂ ਸਕਦੀ। ਦੋ ਕਾਰਨ ਨੇ ਉਹਦੇ। ਇੱਕ ਕਾਰਨ ਤਾਂ ਆ ਕਿ ਕੈਨੇਡਾ ਦੇ ਵਿੱਚੋਂ ਕਾਫੀ ਲੋਕ ਜਿਹੜੇ ਨੇ ਉਹ ਅਮਰੀਕਾ 'ਚ ਮਾਈਗ੍ਰੇਟ ਰੈਗੂਲਰਲੀ ਕਰਦੇ ਰਹਿੰਦੇ ਨੇ, ਕਿ ਪਹਿਲਾਂ ਕੈਨੇਡਾ 'ਚ ਆ ਗਏ, ਇੱਥੇ ਕੁਛ ਸਾਲ ਰਹੇ, ਇੱਥੇ ਸਿਟੀਜ਼ਨਸ਼ਿਪ ਲਈ, ਮੁੜ ਕੇ ਅਮਰੀਕਾ 'ਚ ਮੂਵ ਕਰ ਗਏ। ਅਤੇ ਇਸ ਕਰਕੇ ਇਹ ਫਲੋ ਜੇ ਨਹੀਂ ਬਣਾਈ ਰੱਖਦੇ ਤਾਂ ਲੇਬਰ ਸ਼ਾਰਟੇਜ ਹੋ ਜਾਏਗੀ। ਦੂਸਰਾ ਰੀਜ਼ਨ ਹੈ ਕਿ ਕੈਨੇਡਾ ਜਿਹੜਾ ਹੈ ਕਲਾਈਮੇਟ ਚੇਂਜ ਕਰਕੇ ਬਹੁਤ ਸਾਰੇ ਇਲਾਕੇ ਜਿੱਥੇ ਬਰਫ਼ ਪਹਿਲਾਂ ਪਈ ਰਹਿੰਦੀ ਸੀਗੀ, ਬਰਫ਼ ਪਿਘਲਣ ਦੇ ਨਾਲ ਉੱਥੇ ਹੈਬੀਟੇਸ਼ਨ ਜਿਹੜੀ ਆ ਉਹ ਆਉਣੀ ਆ। ਅਤੇ ਕੈਨੇਡੀਅਨ ਇਕੋਨਮੀ ਦੀ ਜਿਹੜੀ ਜਿੱਦਾਂ ਏਰੀਆ ਕੈਨੇਡਾ ਦਾ, ਉਹਦੇ ਹਿਸਾਬ ਨਾਲ ਆਬਾਦੀ ਬਹੁਤ ਥੋੜ੍ਹੀ ਹੈ, ਅਤੇ ਇਸ ਕਰਕੇ ਕੈਨੇਡਾ ਨੂੰ ਕਾਫੀ ਲੋਕ ਚਾਹੀਦੇ ਨੇ, ਕਿਉਂਕਿ ਨੈਚੁਰਲ ਗਰੋਥ ਰੇਟ ਪਾਪੂਲੇਸ਼ਨ ਦਾ 0 ਹੈ, ਨੈਗੇਟਿਵ ਰਾਦਰ। ਸੋ ਇਸ ਕਰਕੇ ਇਮੀਗਰੈਂਟਸ ਤੋਂ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਲੇਕਿਨ ਇਹਨੂੰ ਰੈਗੂਲੇਟ ਜ਼ਰੂਰ ਕਰਨਾ ਚਾਹੀਦਾ, ਅਤੇ ਆਪਣੀਆਂ ਲੋੜਾਂ ਦੇ ਮੁਤਾਬਕ ਜਿਹੜੀ ਆ ਕਿੰਨੀ ਇਮੀਗ੍ਰੇਸ਼ਨ ਚਾਹੀਦੀ ਆ ਉਹ ਪਲਾਨ ਕਰਨੀ ਚਾਹੀਦੀ ਆ। ਸੋ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਦੇ ਰਹਿਣਾ, ਕਿਉਂਕਿ ਨਾਲ ਉਹਦਾ ਇਨਫਰਾਸਟਰਕਚਰ ਦੇ ਤਾਲਮੇਲ ਵੀ ਹੋਣਾ ਜ਼ਰੂਰੀ ਹੈ ਨਾ। ਜੇ ਘਰ ਤੋਂ ਸਪੀਡ, ਕਿਉਂਕਿ ਇੱਥੇ ਵੀ ਪ੍ਰੋਬਲਮ ਇਹ ਹੈ ਕਿ ਇਸ ਗੱਲ ਨੂੰ ਸਰਕਾਰਾਂ ਵੀ ਮਹਿਸੂਸ ਕਰਦੀਆਂ ਨੇ ਕਿ ਘਰ ਜ਼ਿਆਦਾ ਬਣਨੇ ਚਾਹੀਦੇ ਨੇ, ਪਰ ਪ੍ਰੋਬਲਮ ਹੈ ਜਿਹੜਾ ਬਿਊਰੋਕਰੈਟਿਕ ਸਿਸਟਮ ਹੈ, ਉਹ ਨਵੇਂ ਪ੍ਰੋਜੈਕਟ ਦੀ ਅਪਰੂਵਲ ਦਾ ਅਤੇ ਕੰਮ ਕਰਨ ਦਾ ਉਹ ਇੰਨਾ ਸਲੋ ਹੈ ਕਿ ਜਿਸ ਪੇਸ ਦੇ ਉੱਤੇ ਪਾਪੂਲੇਸ਼ਨ ਵੱਧਦੀ ਹੈ ਇਮੀਗ੍ਰੇਸ਼ਨ ਨਾਲ, ਉਸ ਪੇਸ ਦੇ ਉੱਤੇ ਉਨੀ ਰਫਤਾਰ ਨਾਲ ਘਰ ਨਹੀਂ ਬਣ ਰਹੇ। ਸ਼ਮੀਲ, ਇਹ ਜਿਹੜਾ ਇਕੋਨਮੀ ਦਾ ਵਰਕਿੰਗ ਦਾ ਸਿਸਟਮ ਹੈ ਨਾ, ਕਿ ਇਹਦੇ 'ਚ ਅਸੀਂ ਲੈਗ ਹੁੰਦੇ ਨੇ, ਗੈਪ ਹੁੰਦੇ ਨੇ। ਫਾਰ ਐਗਜ਼ਾਮਪਲ, ਜੇ ਡਿਮਾਂਡ ਵੱਧ ਜੇ ਅਤੇ ਉਹਨੂੰ ਪਛਾਣਨ ਵਾਸਤੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ 2-4 ਮਹੀਨੇ 6 ਮਹੀਨੇ ਲੱਗ ਜਾਂਦੇ ਨੇ, ਫਿਰ ਉਹ ਪਲਾਨ ਕਰਦੇ ਨੇ। ਸੋ ਥੋੜ੍ਹਾ ਬਹੁਤ ਗੈਪ ਤਾਂ ਰਹਿੰਦਾ ਹੈ, ਲੇਕਿਨ ਗੈਪ ਬਹੁਤਾ ਨਹੀਂ ਰਹਿੰਦਾ। ਗੈਪ ਉਦੋਂ ਵੱਧਦਾ ਹੈ ਕਿ ਜਦੋਂ ਪਾਲਿਸੀਜ਼ ਜਿਹੜੀਆਂ ਨੇ ਉਹ ਇਸ ਗੈਪ ਨੂੰ ਘਟਾਉਣ ਦੀ ਬਜਾਏ ਵਧਾਉਣ ਵੱਲ ਚੱਲ ਪੈਣ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਟਾਈਟ ਹੈ। ਟਾਈਟ ਇਨ ਦਾ ਸੈਂਸ ਕਿ ਡਿਮਾਂਡ ਬਹੁਤ ਜ਼ਿਆਦਾ, ਸਪਲਾਈ ਘੱਟ ਹੈ, ਕਿ ਇਮੀਗਰੈਂਟਸ ਬਹੁਤ ਆ ਗਏ ਅਤੇ ਹਾਊਸਿੰਗ ਹੋਰ ਚਾਹੀਦੇ ਨੇ। ਅਤੇ ਉਹ ਜਦੋਂ ਇੰਟਰਸਟ ਰੇਟ ਵਧਾਉਂਦੇ ਜੇ ਅਤੇ ਸੈਕਟਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਫਾਲ ਕਰ ਜਾਂਦੀ ਆ। ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੀ ਸਿਲੈਕਟਿਵ ਮੇਜਰ ਦੇ ਨਾਲ ਹਾਊਸਿੰਗ ਮਾਰਕੀਟ ਨੂੰ ਇਨਕਰੇਜ ਕਰਕੇ ਉੱਥੇ ਇਨਵੈਸਟਮੈਂਟ ਵਧਾਉਣ ਵਾਸਤੇ ਕੋਸ਼ਿਸ਼ ਕਰਦੇ, ਜਿਹੜਾ ਇਹਨਾਂ ਸੋਚਿਆ ਨਹੀਂ ਹੈ। ਤਾਂ ਉਹਦੇ ਨਾਲ ਇਹ ਕ੍ਰਾਈਸਿਸ ਆਉਣਾ ਲਾਜ਼ਮੀ ਸੀਗਾ।
ਸੋ ਇਸ ਕਰਕੇ ਜਿਹੜੇ ਲੈਗਡ ਇਫੈਕਟ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਾਨੂੰ ਠੀਕ ਤਰੀਕੇ ਦੇ ਨਾਲ ਪਲਾਨਿੰਗ ਜਿਹੜੀ ਆ ਕਰਨ ਦੀ ਜ਼ਰੂਰਤ ਹੈ। ਇੱਕ ਚੀਜ਼ ਜਿਹੜੀ ਹੋਰ ਕਹੀ ਜਾਂਦੀ ਜੋ ਅਸੀਂ ਸੁਣਦੇ ਹਾਂ ਕਈ ਲੋਕਾਂ ਤੋਂ, ਉਂਝ ਇਹ ਸਟੇਟਮੈਂਟਾਂ 'ਚ ਤਾਂ ਨਹੀਂ ਕਹੀ ਜਾਂਦੀ, ਪਰ ਮਤਲਬ ਜਿਹੜੇ ਹਲਕੇ ਖਾਸ ਕਰਕੇ ਕਾਰਪੋਰੇਟ ਨਾਲ ਬਿਜ਼ਨਸ ਨਾਲ ਨੇੜੇ ਤੋਂ ਜੁੜੇ ਹੋਏ ਨੇ, ਕਿ ਕਿਤੇ ਨਾ ਕਿਤੇ ਸਟ੍ਰੈਟਜੀ ਇਹ ਵੀ ਹੈ ਕਿ ਕਰੰਟ ਜੋ ਸੀਨ ਖਾਸ ਕਰਕੇ ਇਹ ਹਾਊਸਿੰਗ 'ਚ ਹੋ ਗਿਆ ਸੀ ਵੀ ਇੱਕ ਰਿਸੈਸ਼ਨ ਕ੍ਰੀਏਟ ਕੀਤਾ ਜਾਏ। ਇੱਕ ਕਾਰਪੋਰੇਟ ਦੇ ਵਿੱਚ ਜਿਹੜੇ ਲੋਕ ਵਰਕ ਫਰੋਮ ਹੋਮ ਕਰਨ ਲੱਗ ਗਏ ਨੇ ਉਹ ਵਾਪਸ ਨਹੀਂ ਆ ਰਹੇ, ਅਤੇ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਇੱਕ ਰਿਸੈਸ਼ਨ ਕ੍ਰੀਏਟ ਕੀਤਾ ਜਾਏ ਤਾਂ ਕਿ ਰਿਸੈਸ਼ਨ ਜਿਹੜਾ ਹੈ ਸਾਰੀਆਂ ਚੀਜ਼ਾਂ ਨੂੰ ਕਰੈਕਟ ਕਰਨ ਵਾਸਤੇ ਇੱਕ ਪਲੈਟਫਾਰਮ ਬਣੇ। ਜਿਵੇਂ ਰੀਸੈਟ ਬਟਨ ਆਪਾਂ ਦੱਬਦੇ ਹਾਂ, ਵੀ ਉਸ ਕਿਸਮ ਦੀ ਕੋਈ ਸਟ੍ਰੈਟਜੀ ਆ। ਪਤਾ ਨਹੀਂ ਇਹ ਮਤਲਬ ਵਾਕਈ ਇਸ ਤਰ੍ਹਾਂ, ਪਰ ਕੁਛ ਲੋਕਾਂ ਦੀ ਆਬਜ਼ਰਵੇਸ਼ਨ ਹੈ। ਮੈਂ ਸਮਝਦਾ ਕਿ ਇਹ ਆਬਜ਼ਰਵੇਸ਼ਨ ਜਿਹੜੀ ਆ ਨਾ ਇਹ ਠੀਕ ਨਹੀਂ ਹੈ। ਇਕੋਨਮੀ ਦੇ ਹਿਸਾਬ ਕਿਤਾਬ ਨਾਲ ਅਸੀਂ ਦੇਖਦੇ ਹਾਂ ਕਿ ਜਿਵੇਂ ਭੂਤ ਨੂੰ ਤੁਸੀਂ ਬੋਤਲ 'ਚੋਂ ਬਾਹਰ ਕੱਢਦੇ ਹੋ ਤਾਂ ਫਿਰ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ। ਰਿਸੈਸ਼ਨ ਉੱਦਾਂ ਦਾ ਭੂਤ ਹੈ, ਇੱਕ ਵਾਰੀ ਰਿਸੈਸ਼ਨ ਆ ਜਾਏ ਫਿਰ ਉਹ 'ਚੋਂ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ। ਸੋ ਕੋਈ ਵੀ ਸੈਂਸੀਬਲ ਇਕੋਨੋਮਿਸਟ ਜਿਹੜਾ ਹੈ ਲੈਫਟ ਦਾ ਜਾਂ ਰਾਈਟ ਦਾ ਇਹ ਰਿਕਮੈਂਡ ਨਹੀਂ ਕਰੇਗਾ ਕਿ ਰਿਸੈਸ਼ਨ ਜਿਹੜਾ ਹੈ ਪਲਾਨਡ ਤਰੀਕੇ ਨਾਲ ਲਿਆਂਦਾ ਜਾਵੇ। ਰਾਦਰ ਇੱਕ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਕੋਨਮੀ ਜਿਹੜੀ ਹੈ ਉਹਦੇ ਵਿੱਚ 2% ਕੀਮਤਾਂ ਹਰ ਸਾਲ ਵਧਣ ਤਾਂ ਕਿ ਕੀਮਤਾਂ ਘਟਣ ਨਾਲ ਰਿਸੈਸ਼ਨ ਆਉਂਦਾ ਹੈਗਾ। ਸੋ ਇਹ ਇੱਕ ਇਹਨੂੰ ਗਰੀਸ ਅਸੀਂ ਕਹਿੰਦੇ ਹਾਂ ਇਕੋਨਮੀ ਦੀ, ਕਿ ਮਾਈਲਡ ਜਿਹੜਾ ਗਰੋਥ ਰੇਟ ਹੈ ਕੀਮਤਾਂ ਦੇ ਵਿੱਚ 2% 1%, ਸੇਫ ਲਿਮਿਟ 2% ਦੀ ਹੈ ਕਿ 2% ਹਰ ਸਾਲ ਕੀਮਤਾਂ ਵਧਣ ਅਤੇ ਇਕੋਨਮੀ ਦੇ ਵਿੱਚ ਗਰੀਸ ਰਹਿੰਦੀ ਹੈ ਅਤੇ ਇਕੋਨਮੀ ਐਫੀਸ਼ੈਂਟਲੀ ਫੰਕਸ਼ਨ ਕਰਦੀ ਹੈ। ਅਤੇ ਜੇ 5% ਹੋ ਜਾਏ ਤਾਂ ਉਹ ਫਿਰ ਜ਼ਿਆਦਾ ਗਰੀਸ ਹੋਣ ਕਰਕੇ ਉਹਦਾ ਸਲੋ ਜਿਹੜਾ ਪ੍ਰੋਸੈਸ ਆ ਖਰਾਬ ਹੋਣ ਲੱਗਦਾ। ਸੋ 2% ਇਨਫਲੇਸ਼ਨ ਚਾਹੀਦੀ ਆ ਰਾਦਰ, ਅਤੇ ਜੇ ਡਿਫਲੇਸ਼ਨ ਹੋ ਜਾਏ ਰਿਸੈਸ਼ਨ ਆ ਜਾਏ ਤਾਂ ਫਿਰ ਇਕੋਨਮੀ ਜਿਹੜੀ ਆ ਖੜ ਜਾਂਦੀ ਆ, ਅਤੇ ਖੜੀ ਨੂੰ ਤੋੜਨ ਵਾਸਤੇ ਫਿਰ ਬਹੁਤ ਵੱਡਾ ਧੱਕਾ ਲਾਉਣਾ ਪੈਂਦਾ। ਅਤੇ ਇਸ ਕਰਕੇ ਕੋਈ ਸੈਂਸੀਬਲ ਇਕੋਨੋਮਿਸਟ ਇਹ ਸੁਜੈਸਟ ਨਹੀਂ ਕਰੇਗਾ ਕਿ ਜੇ ਤੁਹਾਡੀ ਕੋਈ ਸਪੈਸੀਫਿਕ ਪ੍ਰੋਬਲਮ ਹੈ ਵਰਕ ਫੋਰਸ ਨਾਲ ਰਿਲੇਟਡ, ਕਿ ਵਰਕ ਫੋਰਸ ਰੈਗੂਲਰਲੀ ਕੰਮ 'ਤੇ ਨਹੀਂ ਆਉਣਾ ਚਾਹੁੰਦੀ ਅਤੇ ਤੁਸੀਂ ਰਿਸੈਸ਼ਨ ਲਿਆਓ। ਉਹਦੇ ਵਾਸਤੇ ਸਾਡੇ ਕੋਲ ਹੋਰ ਬਹੁਤ ਤਰੀਕੇ ਨੇ ਕਿ ਜੇ ਬੰਦੇ ਵਰਕ ਫਰੋਮ ਹੋਮ ਕਰਦੇ ਨੇ ਤਾਂ ਉਹਨਾਂ ਨੂੰ ਕਹੋ ਕਿ ਜੇ ਤੁਸੀਂ ਕੰਮ 'ਤੇ ਨਹੀਂ ਆਓਗੇ ਤਾਂ ਤੁਹਾਨੂੰ ਤਨਖਾਹ ਜਿਹੜੀ ਆ ਜੋ ਮਿਲ ਰਹੀ ਹੈ ਉਹ 'ਚ ਮੌਜੂਦਾ ਇਨਕਰੀਮੈਂਟ ਜਿਹੜੀ ਆ ਉਹ ਘੱਟ ਲੱਗੇਗੀ। ਜੇ ਰੈਗੂਲਰਲੀ ਤੁਸੀਂ 5 ਦਿਨਾਂ 'ਚੋਂ 4 ਦਿਨ ਇੱਥੇ ਜਾਂ 3 ਦਿਨ ਆਉਂਦੇ ਜੇ ਤੁਹਾਨੂੰ ਅਸੀਂ 5% ਦਾ ਇਨਸੈਂਟਿਵ ਦਿੰਦੇ ਹਾਂ, ਬੋਨਸ ਦਿੰਦੇ ਹਾਂ, ਬਹੁਤ ਸਾਰੇ ਬੰਦੇ ਕੰਮ 'ਤੇ ਆ ਜਾਣਗੇ। ਅਤੇ ਖੈਰ ਹੁਣ ਆਖਰ ਦੇ ਵਿੱਚ ਕਿਉਂਕਿ ਟਾਈਮ ਹੁਣ ਤੁਹਾਡੇ ਕੋਲ ਕਾਫੀ ਥੋੜ੍ਹਾ ਰਹਿ ਗਿਆ, ਅਤੇ ਜਿੱਥੇ ਹੁਣ ਆ ਗਈ ਇਹ ਸਿਚੁਏਸ਼ਨ, ਜਿੱਥੇ ਹੁਣ ਇਹ ਰੇਟ ਆਫ ਇੰਟਰਸਟ ਲੈ ਕੇ ਆਏ ਨੇ, ਅਗਲੇ ਮਹੀਨੇ ਥੋੜ੍ਹਾ ਜਿਹਾ ਹੋਰ ਉੱਤੇ ਜਾਣ ਦੀ ਸੰਭਾਵਨਾ ਹੈ, ਅਤੇ ਓਵਰਆਲ ਜੋ ਇਕੋਨਮੀ ਦੀ ਅਸੀਂ ਸੁਣ ਰਹੇ ਹਾਂ ਜੋ ਰਿਪੋਰਟ, ਚਾਹੇ USA 'ਚੋਂ ਚਾਹੇ ਇੱਥੇ ਲੋਕਾਂ ਦੇ ਬਿਜ਼ਨਸ ਕਾਫੀ ਘਟਣੇ ਸ਼ੁਰੂ ਹੋ ਗਏ ਨੇ, ਲੋਕਾਂ ਦੀਆਂ ਇਨਕਮਾਂ ਘਟਣੀਆਂ ਸ਼ੁਰੂ ਹੋ ਗਈਆਂ ਨੇ, ਅਤੇ ਹਾਊਸਿੰਗ ਦੇ ਵਿੱਚ ਉਹ ਠੀਕ ਹੈ ਉਹ ਜਿਹੜੀ ਬਿਡਿੰਗ ਵਾਲਾ ਸਿਲਸਿਲਾ ਉਹ ਰੁਕ ਗਿਆ, ਪਰ ਪ੍ਰਾਈਸਿਸ ਕੋਈ ਬਹੁਤ ਜ਼ਿਆਦਾ ਘਟੀਆਂ ਨਹੀਂ। ਸੋ ਇਹ ਜਿਹੜੀ ਸਿਚੁਏਸ਼ਨ ਇੱਥੇ ਜਿੱਥੇ ਅਸੀਂ ਹੁਣ ਖੜ੍ਹੇ ਹਾਂ, ਇੱਥੋਂ ਅਸੀਂ ਕਿਸ ਪਾਸੇ ਨੂੰ ਜਾ ਸਕਦੇ ਹਾਂ ਫਿਰ ਹੁਣ ਇੱਦਾਂ ਦੀ ਸਿਚੁਏਸ਼ਨ 'ਚ? ਮੈਂ ਸਮਝਦਾ ਕਿ ਜਿਹੜੀ ਮੌਜੂਦਾ ਕੈਨੇਡਾ ਦੀ ਸਿਚੁਏਸ਼ਨ ਹੈ ਇਹਨੂੰ ਹੈਂਡਲ ਕਰਨ ਵਾਸਤੇ ਜਿਹੜੀ ਸਟ੍ਰੈਟਜੀ ਹੈ ਅਪਣਾਈ ਪਾਸਟ ਦੀ 2-3-4 ਸਾਲਾਂ ਦੀ, ਉਹਨੂੰ ਰੀਲੁੱਕ ਕਰਨ ਦੀ ਲੋੜ ਹੈ। ਇੱਕ ਤਾਂ ਇਹ ਦੇਖਣ ਦੀ ਲੋੜ ਆ ਜਿਹੜਾ ਸਾਡਾ ਇਨਫਲੇਸ਼ਨ ਦੇ ਨਾਲ ਡੀਲ ਕਰਨ ਦਾ ਤਜਰਬਾ ਹੈ, ਉਹਦੇ 'ਚ ਅਸੀਂ ਦੇਖਿਆ ਕਿ ਗੈਸੋਲੀਨ ਦੀਆਂ ਪ੍ਰਾਈਸਿਸ ਜਿਹੜੀਆਂ ਨੇ ਉਹ ਥੱਲੇ ਆਉਣ ਨਾਲ ਇਨਫਲੇਸ਼ਨ ਦਾ ਰੇਟ ਘਟਿਆ ਹੈਗਾ। ਸੋ ਇੱਕ ਫੈਕਟਰ ਸੀਗਾ। ਦੂਜਾ ਫੈਕਟਰ ਜਿਹੜਾ ਹੈ ਕਿ ਫੂਡ ਗ੍ਰੇਨ ਦੀਆਂ ਪ੍ਰਾਈਸਿਸ ਨੇ ਉਹਨਾਂ 'ਤੇ ਟਾਰਗੇਟ ਕਰਕੇ ਸਾਨੂੰ ਜਿਹੜੇ ਨੇ ਕੁਛ ਮੇਜਰ ਲੈਣੇ ਚਾਹੀਦੇ ਨੇ। ਮਸਲਨ ਜੇ ਸਾਨੂੰ ਲੱਗਦਾ ਕਿ ਵੀਟ ਦੀ ਸ਼ਾਰਟੇਜ ਹੈ ਜਾਂ ਵੀਟ ਰਿਲੇਟਡ ਪ੍ਰੋਡਕਟਸ ਦੀ ਸ਼ਾਰਟੇਜ ਹੈ ਜਾਂ ਫੂਡ ਗ੍ਰੇਨ ਦੇ ਨਾਲ ਰਿਲੇਟਡ ਪ੍ਰੋਡਕਟਸ ਦੀ ਸ਼ਾਰਟੇਜ ਹੈ ਤਾਂ ਅਸੀਂ ਕੈਨੇਡਾ ਇੰਪੋਰਟ ਕਰ ਸਕਦਾ ਹੈ ਉਹਨਾਂ ਚੀਜ਼ਾਂ ਨੂੰ, ਅਤੇ ਸਪਲਾਈ ਜਿਹੜੀ ਆ ਉਹਨੂੰ ਈਜ਼ੀ ਕਰਨ ਦੀ ਜ਼ਰੂਰਤ ਹੈ। ਜਿਹੜਾ ਇੰਟਰਸਟ ਰੇਟ ਵਧਾਉਣ ਦੀ ਲੋੜ ਨਹੀਂ ਹੈ। ਦੂਸਰੀ ਗੱਲ ਇਹ ਆ ਕਿ ਕਿਉਂਕਿ ਕੈਨੇਡਾ ਦੀ ਇਕੋਨਮੀ ਰਿਸੈਸ਼ਨ ਵੱਲ ਨੂੰ ਲਗਾਤਾਰ ਜਾ ਰਹੀ ਆ, ਪਹਿਲਾਂ ਇਹਨਾਂ ਦਾ ਰੇਟ ਆਫ ਗਰੋਥ 3-4% ਹੁੰਦਾ, 2% ਦੇ ਆ। ਇਹਨੂੰ ਵਧਾਉਣ ਵਾਸਤੇ ਜ਼ਰੂਰੀ ਆ ਕਿ ਇੰਟਰਸਟ ਰੇਟ ਘਟਾ ਕੇ ਅਤੇ ਇਨਵੈਸਟਮੈਂਟ ਵਧਾਈ ਜਾਵੇ। ਜਿਹੜੇ ਇਨਵੈਸਟਮੈਂਟ ਦੇ ਇਨਸੈਂਟਿਵ ਨੇ ਉਹ ਲੌਂਗ ਰਨ ਦੇ ਵਿੱਚ ਜ਼ਿਆਦਾ ਪ੍ਰੋਡਕਟਿਵ ਰਹਿੰਦੇ ਨੇ। ਪਰ ਇਹਨਾਂ ਨੂੰ ਹੁਣ ਡਰ ਇਹ ਹੈ ਜੀ, ਜੇ ਰੇਟ ਆਫ ਇੰਟਰਸਟ ਘਟਾਤਾ ਹੁਣ ਡਰ ਇਹ ਹੈ ਕਿ ਉਹ ਦੁਬਾਰਾ ਘਰਾਂ ਦੇ ਵਿੱਚ ਉਹੀ ਦੌੜ ਫਿਰ ਲੱਗ ਜਾਣੀ ਹੈ ਲੋਕਾਂ ਨੇ, ਮਤਲਬ ਫਿਰ ਓਵਰ ਬਿਡਿੰਗ ਵਾਲਾ ਕੰਮ ਅਤੇ ਫਿਰ ਉਹ ਜਿਹੜਾ ਮਲਟੀਪਲ ਜਿਹੜੀਆਂ ਆਫਰਸ ਉਸ ਤਰ੍ਹਾਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਜਾਏਗਾ। ਨਹੀਂ, ਜਿਹੜੀ ਸਪੈਕੂਲੇਸ਼ਨ ਹੈ ਉਹਨੂੰ ਚੈੱਕ ਕਰਨ ਦੀ ਵੀ ਸਟ੍ਰੈਟਜੀ ਨਾਲ ਚਾਹੀਦੀ ਹੈ ਨਾ। ਕਿ ਫਾਰ ਐਗਜ਼ਾਮਪਲ ਜਿਹਦੇ ਕੋਲ ਪਹਿਲਾਂ ਕੋਈ ਘਰ ਨਹੀਂ ਹੈ, ਤੁਹਾਡੇ ਕੋਲ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਕੋਲ ਘਰ ਪਹਿਲਾਂ ਹੈਗਾ, ਕਿਹੜੇ ਕੋਲ ਨਹੀਂ ਘਰ ਹੈਗਾ, ਜਿਹਦੇ ਕੋਲ ਘਰ ਨਹੀਂ ਹੈ ਉਹਨੂੰ ਕੰਸੈਸ਼ਨਲ ਰੇਟ 'ਤੇ ਮਾਰਟਗੇਜ ਕਰੋ।
ਜਿਹਦੇ ਕੋਲ ਘਰ ਪਹਿਲਾਂ ਹੈਗਾ ਜਾਂ 2 ਘਰ ਹੈਗੇ ਨੇ ਉਹਦੇ ਤੇ ਥੋੜ੍ਹਾ ਜਿਹਾ ਇੰਟਰਸਟ ਰੇਟ ਵੱਧ ਚਾਰਜ ਕਰੋ, ਡਿਸਕਰੇਜ ਕਰਨ ਵਾਸਤੇ ਸਪੈਕੂਲੇਸ਼ਨ ਜਿਹੜੀ ਹੈ। ਸੋ ਇਸ ਕਰਕੇ ਜਾਂ ਉਹਨੂੰ ਟੈਕਸ ਕਰੋ। ਸੋ ਇਸ ਕਰਕੇ ਡਿਫਰੈਂਸ਼ੀਏਟ ਕਰਕੇ ਚੱਲਣਾ ਚਾਹੀਦਾ ਹੈ ਤੇ ਬਲਾਈਂਡਲੀ ਹਰ ਸੈਕਟਰ ਦੇ ਵਿੱਚ ਇੰਟਰਸਟ ਰੇਟ ਵਧਾਉਣਾ ਗਲਤ ਗੱਲ ਹੈ। ਜਿਹੜੇ ਬੰਦੇ ਜੈਨੂਅਨ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਡਿਸਕਰੇਜ ਨਹੀਂ ਕਰਨਾ ਚਾਹੀਦਾ। ਰਾਦਰ ਇੰਟਰਸਟ ਰੇਟ ਪਾਲਿਸੀ ਦੇ ਨਾਲ ਸਾਨੂੰ ਇਨਵੈਸਟਮੈਂਟ ਨੂੰ ਇਨਸੈਂਟਿਵ ਦੇਣੇ ਚਾਹੀਦੇ ਨੇ। ਸਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਕੋਈ ਨਵਾਂ ਬਿਜ਼ਨਸ ਸ਼ੁਰੂ ਹੁੰਦਾ ਉੱਥੇ ਕਈ ਸਾਲਾਂ ਲਈ 2-3 ਸਾਲਾਂ ਲਈ ਜਿਹੜੀ ਆ ਟੈਕਸ ਹੌਲੀਡੇ ਦਿੱਤੀ ਜਾਂਦੀ ਆ ਤਾਂ ਕਿ ਲੋਕ ਜਿਹੜੇ ਕੰਮਕਾਰ ਜ਼ਿਆਦਾ ਕਰਨ। ਸੋ ਜੇ ਤੁਸੀਂ ਇੰਟਰਸਟ ਰੇਟ ਜ਼ਿਆਦਾ ਚਾਰਜ ਕਰੋਗੇ ਤਾਂ ਲੋਕ ਜਿਹੜੇ ਨੇ ਪੈਸੇ ਜਿਹੜੇ ਨੇ ਇਨਵੈਸਟਮੈਂਟ ਵਿੱਚ ਨਹੀਂ ਲਾਉਣਗੇ। ਸੋ ਸਾਨੂੰ ਜ਼ਰੂਰਤ ਇਸ ਵੇਲੇ ਆ ਕਿ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਵਧਾਈ ਜਾਵੇ ਔਰ ਜਿਹੜੀ ਹਾਊਸਿੰਗ ਮਾਰਕੀਟ ਦੀ ਸਪੈਕੂਲੇਸ਼ਨ ਹੈ ਉਹਨੂੰ ਚੈੱਕ ਕਰਨ ਵਾਸਤੇ ਡਿਫਰੈਂਸ਼ੀਅਲ ਇੰਟਰਸਟ ਰੇਟ ਚਾਰਜਿੰਗ ਦਾ ਫਾਰਮੂਲਾ ਲਾਉਣਾ ਚਾਹੀਦਾ। ਅਤੇ ਜਿਹੜੇ ਵਿਦਆਊਟ ਹਾਊਸਿੰਗ ਲੋਕ ਨੇ ਪਰ ਉਹਨਾਂ ਦੀ ਇਨਕਮ ਅਸ਼ੋਰਡ ਹੈ, ਕਿਸ਼ਤਾਂ ਭਰਨ ਦੇ ਕਾਬਲ ਨੇ, ਉਹਨਾਂ ਤੋਂ ਘੱਟ ਇੰਟਰਸਟ ਰੇਟ ਚਾਰਜ ਕਰਨਾ ਚਾਹੀਦਾ। ਅਤੇ ਗੌਰਮੈਂਟ ਜਿਹੜੀ ਹੈ ਸਬਸਿਡੀ ਵੀ ਦੇ ਸਕਦੀ ਹੈ ਉਹਨਾਂ ਲੋਕਾਂ ਨੂੰ। ਜੇ ਬੈਂਕ ਨਹੀਂ ਸਸਤਾ ਇੰਟਰਸਟ ਰੇਟ ਦੇਣਾ ਚਾਹੁੰਦੇ, ਬੈਂਕ ਜਿਹੜੇ ਨੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਵਾਸਤੇ ਇਨਸੈਂਟਿਵ ਦੇਣੇ ਚਾਹੀਦੇ ਆ ਤਾਂ ਕਿ ਘਰ ਵੀ ਬਣਨ, ਹੋਰ ਇਨਵੈਸਟਮੈਂਟ ਵੀ ਹੋਵੇ, ਨਵੇਂ ਬਿਜ਼ਨਸ ਵੀ ਚੱਲਣ। ਅਦਰਵਾਈਜ਼ ਇਕੋਨਮੀ ਜੇ ਰਿਸੈਸ਼ਨ ਵੱਲ ਨੂੰ ਚੱਲਦੀ ਆ ਤਾਂ ਕੈਨੇਡਾ ਦੀ ਜਿਹੜੀ ਇਕੋਨਮੀ ਆ, ਕਿਉਂਕਿ ਮਾਰਕੀਟ ਓਰੀਐਂਟਡ ਇਕੋਨਮੀ ਆ, ਇੱਥੋਂ ਜਿਹੜੇ ਇਨਵੈਸਟਰ ਨੇ ਉਹ ਅਮਰੀਕਾ 'ਚ ਮਾਈਗ੍ਰੇਟ ਕਰ ਜਾਣਗੇ। ਸੋ ਇਸ ਤੋਂ ਬਚਣ ਦੀ ਲੋੜ ਹੈ। ਸੋ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਸੀਂ ਆਪਣੀਆਂ ਥਾਟਸ ਸ਼ੇਅਰ ਕੀਤੀਆਂ ਅਤੇ ਜਿਹੜੀ ਚੱਲ ਰਹੀ ਗੱਲਬਾਤ ਹੈ ਇਸ ਵੇਲੇ ਸਾਡੀ ਕਮਿਊਨਿਟੀ 'ਚ, ਉਹਦੇ 'ਚ ਜਿਹੜੇ ਤੁਹਾਡੀਆਂ ਆਰਗੂਮੈਂਟਸ ਨੇ ਗੱਲ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ 'ਚ ਸਾਡੀ ਹੈਲਪ ਕਰਨਗੀਆਂ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਮੈਨੂੰ ਆਸ ਹੈ ਕਿ ਜਿਹੜੀ ਅੱਜ ਦੀ ਗੱਲਬਾਤ ਹੈ ਉਹ ਨਵੀਂ ਬਹਿਸ ਜਿਹੜੀ ਹੈ ਇੰਟਰਸਟ ਰੇਟ ਨੂੰ ਪਾਲਿਸੀ ਨੂੰ ਲੈ ਕੇ ਔਰ ਇਨਵੈਸਟਮੈਂਟ ਦੀ ਪਾਲਿਸੀ ਨੂੰ ਲੈ ਕੇ ਕੈਨੇਡਾ ਦੇ ਵਿੱਚ ਜੇ ਸ਼ੁਰੂ ਹੋ ਜੇ ਤਾਂ ਮੈਂ ਸਮਝਦਾ ਕਿ ਅੱਜ ਦੀ ਸਾਡੀ ਗੱਲਬਾਤ ਬਹੁਤ ਸਾਰਥਕ ਰਹੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ।